KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:30 ਹੋਏ ਨੇ। ਸੋਮਵਾਰ ਦਾ ਦਿਨ ਹੈ, 29 ਮਾਰਚ ਵਰਾ 2021 ਦਾ। 16 ਚੇਤ ਨਾਨਕ ਸ਼ੇ ਸੰਮਤ 553 ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਪਹਿਲੇ ਹਿੱਸੇ ਦੇ ਵਿੱਚ ਉੱਘੇ ਪੱਤਰਕਾਰ ਮਨਦੀਪ ਖੁਰਮੀ ਹਿੰਮਤਪੁਰਾ ਗੱਲਬਾਤ ਕਰਨਗੇ ਇੰਗਲੈਂਡ ਤੋਂ। ਉੱਥੇ ਦੀ ਸਭ ਤੋਂ ਪਹਿਲਾਂ ਰਵਿੰਦਰ ਰਿਆੜ ਉਹਨਾਂ ਦੇ ਬਾਰੇ ਕੁਝ ਸਮਾਂ ਉਹਨਾਂ ਨਾਲ ਗੱਲਬਾਤ ਹੋਏਗੀ। ਰਵਿੰਦਰ ਰਿਆੜ ਉਹਨਾਂ ਦੇ ਨਾਲ ਉਹਨਾਂ ਨੇ ਜਿੱਥੇ ਉਹਨਾਂ ਦੇ ਦੋਸਤ ਸੀ ਉਹਨਾਂ ਨਾਲ ਕੰਮ ਵੀ ਕੀਤਾ। ਆਖਰੀ ਦਿਨ ਜਿਵੇਂ ਪਹਿਲੇ ਪ੍ਰੋਗਰਾਮ ਬਾਈ ਜੱਗੀ ਨਾਲ ਗੱਲ ਸੁਣਦੇ ਸੀ ਤੇ ਉਹਨਾਂ ਨਾਲ ਆਖਰੀ ਸਮੇਂ ਗੱਲਬਾਤ ਸਰਦਾਰ ਰਿਆੜ ਦੀ ਹੋਈ ਹੈ। ਤੇ ਉਸ ਤੋਂ ਬਾਅਦ ਸਰਦਾਰ ਸ਼ਹੀਦ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਉਹਨਾਂ ਦੀ ਸ਼ਹੀਦੀ ਦੇ ਬਾਰੇ, ਉਹਨਾਂ ਦੇ ਜੀਵਨ ਦੇ ਬਾਰੇ ਗੱਲਬਾਤ ਕਰਾਂਗਾ ਸ਼ਾਮਲ ਹੋਣਾ। ਤੇ ਇੱਥੇ ਦੇ 100 ਸਾਲਾਂ ਦੇ ਇਤਿਹਾਸ ਦੀ ਗੱਲਬਾਤ ਤੁਹਾਡੇ ਨਾਲ ਕਰਨੀ ਹੈ ਕਿ ਕਿਵੇਂ ਲਹਿਰਾਂ ਵਹਿਰਾਂ ਹੋਈਆਂ ਤੇ ਕਿੱਥੇ ਕਿੱਥੇ ਸਿੱਖ ਬੈਠੇ ਆ। ਖਾਸ ਤੌਰ ਤੇ ਓਕਨਾਗਨ ਵੈਲੀ ਦੀ ਤੁਹਾਡੇ ਨਾਲ ਅੱਜ ਮੈਂ ਗੱਲ ਕਰਨੀ ਚਾਹੁੰਦਾ। 2 ਦਿਨ ਪਿਛਲੇ ਗੇੜਾ ਮਾਰ ਕੇ ਆਇਆ ਮੈਂ। ਕਿਵੇਂ ਰਹਿੰਦੇ ਆ, ਕਿਵੇਂ ਵਸਦੇ ਆ, ਕਿੰਨੀ ਮਿਹਨਤ ਕਰਦੇ ਆ। ਉਹੀ 100 ਵਰਿਆਂ ਦਾ ਇਤਿਹਾਸ ਹੈ। ਇੱਥੋਂ ਯੋਧੇ ਮੁੜ ਕੇ ਗਏ, ਸ਼ਹੀਦੀਆਂ ਦਿੱਤੀਆਂ, ਉਹਨਾਂ ਦੀ ਉਮਤ, ਉਹਨਾਂ ਦੀ ਕੌਮ ਅੱਜ ਬੱਲੇ ਬੱਲੇ ਹੋਈ ਪਈ ਹੈ। ਪਰ ਇਹ ਸਾਂਭਣ ਦੀ ਲੋੜ ਹੈ। ਹੁਣ ਸਾਡੇ ਹੱਥੋਂ ਇਹ ਸਰਦਾਰੀਆਂ ਖੁੱਸਦੀਆਂ ਜਾਂਦੀਆਂ। ਅਸੀਂ ਰੇਸ ਬਹੁਤ ਫੜ ਲਈ। ਇਹਦੇ ਬਾਰੇ ਵੀ ਨਾਲ ਗੱਲਬਾਤ ਕਰਾਂਗੇ। ਸ਼ਹੀਦੀ ਦੀ ਵੀ ਗੱਲ ਹੋਏਗੀ ਸਰਦਾਰ ਖੁਰਦਪੁਰ ਦੀ। ਤੇ ਅੱਜ ਉਹਨਾਂ ਦੇ ਤੀਜੀ ਪੀੜ੍ਹੀ ਆਪਣੀ ਇੱਥੇ ਉਹਨਾਂ ਤੋਂ ਬਾਅਦ ਉਹ ਕਿਵੇਂ ਸੋਚਦੀ ਹੈ, ਕੀ ਅਸੀਂ ਕਰ ਰਹੇ ਹਾਂ ਕਮੇਟੀ ਦੇ ਤੌਰ ਤੇ, ਕੀ ਖਿਆਲ ਰੱਖਣ ਦੀ ਲੋੜ ਹੈ। 144 247 1550 1844 247 1550 KRPradio.com ਸਿੱਧਾ ਪ੍ਰਸਾਰਣ ਪ੍ਰੋਗਰਾਮ ਰਹਿ ਜਾਏ ਤਾਂ YouTube ਤੇ ਆਇਆ ਹੁੰਦਾ ਲੋਕ ਸੱਤ ਦੇ ਥੱਲੇ LOKSATTH ਲੋਕ ਸੱਤ 604 6047291224 WhatsApp ਤੇ ਟੈਕਸਟ ਲਈ ਮੇਰਾ ਨੰਬਰ ਹੈ। ਅਸੀਂ ਨਹੀਂ ਉਹ ਕੇ ਬਹਿ ਕੇ ਲਿਖੀ ਤਕਦੀਰ ਵੇਖਾਂਗੇ, ਇੱਕ ਹੱਥ ਸਬਰ ਵੇਖਾਂਗੇ, ਦੂਏ ਸ਼ਮਸ਼ੀਰ ਵੇਖਾਂਗੇ। ਜਦੋਂ ਵੀ ਜਜ਼ਬੇ ਸਾਡੇ ਤੋਂ ਹੌਸਲੇ ਦੂਰ ਹੋਏ ਲੱਗੇ, ਸੱਚੀ ਸਰਕਾਰ ਵੇਖਾਂਗੇ, ਅਟਕਦੇ ਨੀਰ ਵੇਖਾਂਗੇ। ਸ਼ਹਾਦਤ ਸੋਹਣੀ ਨੇ ਜਦ ਵੀ ਮੁਖ ਤੋਂ ਘੁੰਡ ਸਰਕਾਏ, ਉਡੀਕਾਂ ਕਿਸਨੇ ਕਰਨੀਆਂ ਨੇ ਚਨਾਹ ਨੂੰ ਚੀਰ ਵੇਖਾਂਗੇ। ਤੇਰੇ ਰੇਸ਼ਮੀ ਲੀੜੇ ਲਕੋ ਸੂਰਜ ਨਹੀਂ ਸਕਦੇ, ਧੁੱਪਾਂ ਚੜਾਂਗੇ ਹੋਏ ਇਹ ਲੀਰੋ ਲੀਰ ਵੇਖਾਂਗੇ। ਵਜੀਦੇ ਖਾਨ ਦੇ ਜ਼ੁਲਮਾਂ ਜਦੋਂ ਵੀ ਅੰਬਰ ਸੋਹਣਾ ਏ, ਅਸੀਂ ਸਰਹੰਦ ਵੇਖਾਂਗੇ, ਅਸੀਂ ਪੰਜ ਤੀਰ ਵੇਖਾਂਗੇ। ਤੇਰੇ ਸਿਰ ਚ ਉਸਰੀ ਗੌਰ ਨਾਲ ਕੰਧ ਨੂੰ ਵੇਖੀ, ਮਾਂਗਤਾ ਕੰਧ ਨੂੰ ਢਾਉਂਦਾ, ਕੁੰਡਲੀਆ ਵੀਰ ਵੇਖਾਂਗੇ, ਇੱਕ ਹੱਥ ਸਬਰ ਵੇਖਾਂਗੇ, ਦੂਏ ਸ਼ਮਸ਼ੀਰ ਵੇਖਾਂਗੇ। ਸੁਰਿੰਦਰ ਸਿੰਘ ਦਾਊ ਮਾਜਰਾ ਮਾਂਗਟ ਲਿਖਦਾ ਹੈ 12:41 ਹੋਏ ਨੇ। ਜਿਵੇਂ ਸ਼ੁਰੂ ਦੇ ਵਿੱਚ ਤੁਹਾਨੂੰ ਦੱਸਿਆ ਕਿ ਮਨਦੀਪ ਖੁਰਮੀ ਹਿੰਮਤਪੁਰਾ ਵੱਡਾ ਨਾਂ ਹੈ। ਜਿੱਥੇ ਨਾਂ ਹੈ ਸਾਡਾ ਭਰਾ ਹੈ ਬਾਈ ਜੱਗੀ ਗੁੱਸੇ ਨਾਲ ਜਦ ਸਾਂਝ ਪਈ ਨਾਲ ਇਹ ਮਨਦੀਪ ਖੁਰਮੀ ਹੋਣਾ ਨਾਲ, ਕਿਉਂਕਿ ਇੱਕ ਘੇਰੇ ਦੇ ਵਿੱਚ ਵਿਚਰਦੇ ਦੋਨੇ ਭਰਾ ਉੱਥੇ। ਮਨਦੀਪ ਖੁਰਮੀ ਹੋਣੀ ਜਿੱਥੇ ਲਿਖਦੇ ਆ ਉੱਥੋਂ ਉਹਨਾਂ ਨੇ ਮਾਰਕੇ ਦਾ ਕੰਮ ਕੀਤਾ। ਪੰਜ ਦਰਿਆ ਵੈਬਸਾਈਟ ਜਿਹੜੀ ਸ਼ੁਰੂ ਕੀਤੀ, ਪੰਜ ਦਰਿਆ ਤੇ ਈ-ਪੇਪਰ ਸ਼ੁਰੂ ਕੀਤਾ। ਤੇ ਸਕਾਟਲੈਂਡ ਦੇ ਵਿੱਚ ਪਹਿਲੀ ਸਾਡੀ ਪੰਜਾਬੀ ਵੈਬਸਾਈਟ ਤੇ ਪੰਜਾਬੀ ਈ-ਪੇਪਰ ਮਨਦੀਪ ਖੁਰਮੀ ਹਿੰਮਤਪੁਰਾ ਨੇ ਸ਼ੁਰੂ ਕੀਤਾ। ਸਕਾਟਲੈਂਡ ਦੇ ਵਿੱਚ ਕੋਈ ਵੀ ਪੰਜਾਬੀ ਦਾ ਪੇਪਰ ਨਹੀਂ ਸੀ, ਕੋਈ ਵੈਬਸਾਈਟ ਨਹੀਂ ਸੀ। ਪੰਜ ਦਰਿਆ ਤੇ ਬਹੁਤ ਪਛਾਈ ਇਹ ਵੈਬਸਾਈਟ ਹੈ। ਪੰਜਾਬੀ ਚ ਜੇ ਪਾਓਗੇ ਤਾਂ ਕੋਈ ਉਰਦੂ, ਹਿੰਦੀ, ਅੰਗਰੇਜ਼ੀ ਦੇ ਵਿੱਚ ਵੀ ਥੋੜੀ ਲਿਖ ਪੜ ਸਕਦਾ। ਮਨਦੀਪ ਖੁਰਮੀ ਹੋਣੀ ਵੀ ਉਸ ਦਿਨ ਗੱਲਬਾਤ ਕਰ ਰਹੇ ਸੀ। ਪਹਿਲਾਂ ਬਾਈ ਜੀ ਜੱਗੀ ਗੁੱਸੇ ਹੋਰਾਂ ਦੇ ਨਾਲ ਰਵਿੰਦਰ ਰਿਆੜ ਗੱਲ ਕਰ ਰਿਹਾ ਸੀ ਤੇ ਮਨਦੀਪ ਖੁਰਮੀ ਹੋਣਾ ਨੇ ਵੀ ਜਿਹੜੇ 3 ਵੇ ਤੇ ਆਪਸ ਵਿੱਚ ਗੱਲਾਂ ਬਾਤਾਂ ਕੀਤੀਆਂ। ਜਿਵੇਂ ਦਰੇਗ ਜਿਵੇਂ ਮਨ ਦੇ ਵਿੱਚ ਹੁੰਦਾ ਕਿ ਤੁਰ ਜਾਣਾ ਮੇਰੇ ਮਿੱਤਰਾਂ ਨੂੰ, ਆਪਣੇ ਲਖਤੇ ਜ਼ਿਗਰਾਂ ਨੂੰ ਠੰਡ ਪਾਉਣ ਲਈ ਮੈਂ ਯਾਰਾਂ ਨਾਲ ਗੱਲਾਂ ਕਰ ਲਵਾਂ। ਆਹ ਗਰਮੀ ਦੇ ਵਿੱਚ ਬਾਈ ਮਨਦੀਪ ਖੁਰਮੀ ਹੋਣਾ ਤੇ ਬਾਈ ਜੱਗੀ ਗੁੱਸੇ ਹੋਣਾ ਨੇ ਜਦ ਲਾਕਡਾਊਨ ਖੁੱਲਦਾ ਆਪਣੇ ਇੱਥੇ ਗੇੜਾ ਵੀ ਮਾਰਨਾ ਹੈ ਤੇ ਰਵਿੰਦਰ ਰਿਆੜ ਦੇ ਨਾਲ ਵੀ ਆਉਣ ਦੀ ਗੱਲ ਕਰ ਰਹੇ ਸੀ। ਚਲੋ ਬਾਈ ਜੀ ਦੇ ਰਿਆੜ ਦਾ ਜਿੱਥੇ ਦੁੱਖ ਸੁੱਖ ਸਾਂਝਾ ਕਰਨ ਜਾਣਗੇ ਤੇ ਪਰ ਆਪਾਂ ਵੈਨਕੂਵਰ, ਟੋਰਾਂਟੋ ਦੇ ਸੱਦੇ ਤੇ ਵੀ ਭਾਈਆਂ ਨੂੰ ਦੋਨਾਂ ਨੂੰ ਸੱਦਾਂਗੇ। ਮਹਾਰਾਜ ਜੀ ਖੁੱਲ ਖੇਡ ਹੋ ਜਾਵੇ। ਤੇ ਇਹ ਕਈ ਵਾਰ ਸਾਰਾ ਕੁਝ ਕਮਰਸ਼ੀਅਲ ਪੱਖ ਤੋਂ ਨਹੀਂ ਕੀਤਾ ਜਾਂਦਾ, ਪੈਸੇ ਧੇਲੇ ਲਈਓ ਨਹੀਂ ਕੀਤਾ ਜਾਂਦਾ। ਕਈ ਵਾਰ ਸ਼ੌਕ ਸਿਰ ਤੇ ਚੜ ਕੇ ਬੋਲਦਾ
ਬਾਈ ਨੇ 25-28 ਵਰੇ ਪਹਿਲਾਂ ਜਦ ਪੁਰਜਾ ਕਟਮਰੇ ਲਿਖਿਆ ਸੀ, ਸਾਰੀਆਂ ਜਿਹੜੀਆਂ ਕਲਮਾਂ ਟੁੱਟ ਗਈਆਂ ਸੀ, ਡਰ ਗਏ ਸੀ ਲੋਕ। ਤਵੀ ਤੋਂ ਤਲਵਾਰ ਤੱਕ, ਉਸ ਤੋਂ ਬਾਅਦ ਬਾਹਰੀ ਕੋਈ ਵਰਦਾ ਦੀਵਾ, ਇਹੋ ਜਿਹੇ ਨਾਵਲ ਜਿਹੜੇ ਸ਼ਾਹਕਾਰ ਨੇ ਜਿਨ੍ਹਾਂ ਤੇ ਫਿਲਮਾਂ ਬਣਨੀਆਂ ਚਾਹੀਦੀਆਂ, ਡਾਕੂਮੈਂਟਰੀਆਂ ਬਣਨੀਆਂ ਚਾਹੀਦੀਆਂ, ਉੱਥੇ ਮੋਢੇ ਨਾਲ ਮੋਢਾ ਲਾ ਕੇ ਜਦ ਬਾਈ ਥੱਕ ਜਾਂਦਾ, ਜਦ ਅੰਬ ਜਾਂਦਾ, ਫਿਰ ਮਨਦੀਪ ਖੁਰਮੀ ਹਿੰਮਤਪੁਰਾ ਕੋਲ ਚੁੱਭੀ ਮਾਰ ਕੇ ਬਾਈ 2-2 3-3 ਦਿਨ ਰਹਿ ਕੇ ਆਉਂਦਾ। ਮਨਦੀਪ ਖੁਰਮੀ ਹੋਣੀ ਮੇਰੇ ਨਾਲ ਨੇ। ਬਾਈ ਜੀ ਸਵਾਗਤ, ਸਤਿ ਸ੍ਰੀ ਅਕਾਲ। ਸਾਰੇ ਜਿੰਨੇ ਵੀ ਸੂਝਵਾਨ ਸਰੋਤੇ ਤੁਹਾਡੇ ਨਾਲ ਜੁੜੇ ਹੋਏ ਆ, ਸਾਰਿਆਂ ਨੂੰ ਮਨਦੀਪ ਖੁਰਮੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਸਲਾਮ, ਆਦਾਬ, ਨਮਸਤੇ ਜੀ। ਧੰਨਵਾਦ ਬਾਈ ਜੀ, ਬਹੁਤ ਬਹੁਤ। ਆਪਾਂ ਪਹਿਲੀ ਵਾਰ ਗੱਲ ਕਰ ਰਹੇ ਹਾਂ ਆਉਣੇ ਅੱਜ, ਆਪਣੀਆਂ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ। ਬਾਈ ਰਿਆੜ ਦੀ ਸਾਂਝ ਤੇ ਬਾਈ ਰਿਆੜ ਦੇ ਆਖਰੀ ਦਿਨ ਦੀ ਜਿਹੜੀ ਗੱਲਬਾਤ ਹੈ ਉਹ ਰੂਪਮਾਨ ਕਰੋ ਬਾਈ, ਕੀ ਗੱਲ ਹੋਈ? ਬਾਈ ਅਸਲ 'ਚ ਸਾਡੀ ਗੱਲਬਾਤ ਹੁੰਦੀ ਰਹਿੰਦੀ ਸੀ ਤੇ ਕਿਉਂਕਿ ਮੈਂ ਜਦੋਂ ਤੋਂ ਉਹਨਾਂ ਨੇ ਪੰਜਾਬੀ ਰਾਈਟਰ ਵੀਕਲੀ ਅਖਬਾਰ ਸ਼ੁਰੂ ਕੀਤਾ, ਮੈਂ ਉਦੋਂ ਤੋਂ ਹੀ, ਕਿਉਂਕਿ ਮੈਂ 2008 ਜਦੋਂ ਤੋਂ ਇੰਗਲੈਂਡ ਆਇਆ, ਬਾਈ ਜੱਗੀ ਕੁੱਸਾ ਦੇ ਕਹਿ ਲਓ ਕਿ ਥਾਪੜੇ ਦੇ ਨਾਲ ਆਪਾਂ ਇੰਨਾ ਕੁ ਚੱਕਤਾ ਸੀ ਕੰਮ ਨੂੰ ਇੱਕ ਵਾਰ ਕਿ ਦੁਨੀਆ ਦਾ ਕੋਈ ਇਹੋ ਜਿਹਾ ਅਖਬਾਰ ਛੱਡਿਆ ਨਹੀਂ ਜਿਹਦੇ ਵਿੱਚ ਇੱਕ ਵਾਰ ਨਾ ਛਪੇ ਹੋਈਏ, ਹਨਾ। ਤੇ ਉਸੇ ਦੌਰ ਦੇ ਵਿੱਚ ਹੀ ਬਾਈ ਰਿਆੜ ਦੇ ਨਾਲ ਜਦੋਂ ਸਾਂਝ ਪਈ ਤੇ ਮੇਰੇ ਵਰਗੇ ਅਦਨੇ ਜੇ ਲੇਖਕ ਨੂੰ ਉਹਨਾਂ ਨੇ ਆਪਦੇ ਸੰਪਾਦਕੀ ਮੰਡਲ ਦੇ ਵਿੱਚ ਇੰਗਲੈਂਡ ਤੋਂ ਲਿਆ ਤੇ ਉਹ ਇੱਕ ਵੱਡਾ ਹੌਸਲਾ ਸੀ ਇੱਕ ਬੰਦੇ ਵੱਲੋਂ ਦਿੱਤਾ ਜਾਣਾ। ਤੇ ਇਹ ਹੁੰਦਾ ਕਿ ਜੇ ਤੁਸੀਂ ਕਿਸੇ ਬਗਾਨੇ ਘਰ ਜਾਂਦੇ ਹੋ ਤੇ ਅਗਲਾ ਤੁਹਾਨੂੰ ਚੌਂਕੇ ਚੁੱਲ੍ਹੇ ਦੇ ਵਿੱਚ ਇੱਕ ਪੀੜੀ ਲਾ ਕੇ ਦੇ ਦੇ, ਲੈ ਬੈਠ ਇੱਥੇ, ਉਹ ਇੱਕ ਵੱਡਾ ਮਾਣਾ ਰੱਖਦੀ ਗੱਲ ਹੁੰਦੀ ਹੈ, ਹਨਾ। ਨਹੀਂ ਕੋਈ ਇੱਕੋ ਖੇਤਰ ਦੇ ਵਿੱਚ ਬੰਦੇ ਹੋਣ ਤੇ ਤੁਹਾਨੂੰ ਅਗਲਾ ਦਿਲ ਹੀ ਨਹੀਂ ਚੜ੍ਹਨ ਦਿੰਦਾ। ਤੇ ਮੈਂ ਇਹ ਸਮਝਦਾ ਕਿ ਉਦੋਂ ਤੋਂ ਪੰਜਾਬੀ ਰਾਈਟਰ ਵੀਕਲੀ ਦੇ ਨਾਲ ਤੁਰੀ ਹੋਈ ਸਾਂਝ, ਚਾਹੇ ਉਹ ਮੇਰੇ ਲੇਖਾਂ ਜਰੀਏ ਹੋਵੇ, ਚਾਹੇ ਮੇਰੀਆਂ ਖਬਰਾਂ ਦੇ ਜਰੀਏ ਹੋਏ, ਉਹ ਕਦੇ ਨਹੀਂ ਟੁੱਟੀ। ਹੋਰ ਕੁਝ ਵੀ ਮਿਸ ਹੋ ਸਕਦਾ ਸੀ, ਪਰ ਮੇਰੀ ਖਬਰ ਜਾਂ ਮੇਰੀ ਲਿਖਤ, ਮੈਂ ਨਹੀਂ ਕਹਿੰਦਾ ਕਿ ਰਿਆੜ ਬਾਈ ਵੱਲੋਂ ਕੋਈ ਮਿਸ ਹੋਈ ਹੋਣੀ ਆ। ਉਹਨੇ ਜਿਸ ਤਰ੍ਹਾਂ ਯੂਕੇ ਦੀ ਧਰਤੀ ਤੇ ਆਇਆ ਤੋਂ ਬਾਈ ਜੱਗੀ ਮੈਨੂੰ ਇੱਕ ਪਿਓ ਵਾਂਗ, ਇੱਕ ਵੱਡੇ ਭਰਾ ਵਾਂਗ ਮੇਰੇ ਨਾਲ ਨਿਭਿਆ, ਉਵੇਂ ਹੀ ਰਿਆੜ ਬਾਈ ਨਾਲ ਵੀ ਸਾਂਝ ਇਹ ਸੀ ਕਿ ਜਿੱਥੇ ਕਿਤੇ ਲੱਗਦਾ ਹੁੰਦਾ ਸੀ ਕਿ ਮੈਂ ਟਰੈਕ ਤੋਂ ਗਲਤ ਜਾ ਰਿਹਾ ਜਾਂ ਮੈਂ ਕਦੇ ਕੋਈ ਗੱਲ ਹੀ ਇਹੋ ਜਿਹੀ ਕੀਤੀ ਹੈ ਜਿਹੜੀ ਮੇਰੇ ਪੱਖ 'ਚ ਜਾਂ ਮੇਰੇ ਕਿਰਦਾਰ ਮੁਤਾਬਕ ਸਹੀ ਨਹੀਂ, ਤੇ ਉਹ ਝੱਟ ਟੋਕਣ ਵਾਲਾ ਬੰਦਾ ਸੀ, ਕਹਿਣ ਵਾਲਾ ਬੰਦਾ ਸੀ। ਤੇ ਜਿਸ ਦਿਨ ਉਹਨਾਂ ਦੀ ਮੌਤ ਹੁੰਦੀ ਆ, ਉਦੋਂ ਉਸ ਦਿਨ ਉਹ ਬਾਈ ਜੱਗੀ ਦੇ ਨਾਲ ਪਹਿਲਾਂ ਫੋਨ ਤੇ ਸੀ ਤੇ ਬਾਈ ਜੱਗੀ ਨੂੰ ਇੱਕ ਕ੍ਰਿਸ਼ਮਾ ਜਾਂ ਆਪਾਂ ਕਹਿ ਸਕਦੇ ਹਾਂ ਕਿ ਦਿਲੀ ਖਿੱਚ ਹੀ ਹੁੰਦੀ ਹੈ ਕਿ ਜਿਹੜੇ ਬੰਦੇ ਨੇ ਉਹ ਜਹਾਨੂੰ ਤੁਰ ਗਿਆ ਉਹਨੂੰ ਯਾਦ ਕਰ ਰਹੇ, ਉਹਦੀਆਂ ਚੰਗਿਆਈਆਂ ਨੂੰ ਯਾਦ ਕਰ ਰਹੇ। ਉਹਨੇ ਬਾਈ ਜੱਗੀ ਨੂੰ ਕਿਹਾ, ਕਹਿੰਦੇ ਬਾਈ ਵੀ ਖੁਰਮੀ ਤੁਹਾਡੇ ਨੇੜੇ ਰਹਿੰਦਾ? ਤੇ ਬਾਈ ਕਹਿੰਦੇ ਵੀ ਨਹੀਂ, ਮੈਥੋਂ ਹੈ ਤਾਂ ਉਹ 6-7 ਘੰਟਿਆਂ ਦੀ ਵਾਟ ਤੇ ਦੂਰ ਆ, ਵੀ ਪਰ ਇੰਨਾ ਨੇੜੇ ਆ ਵੀ 1 ਮਿੰਟ ਰੁਕ। ਉਹਨਾਂ ਨੇ ਮੈਨੂੰ 3-ਵੇ ਤੇ ਲਿਆ, ਮੈਂ ਸ਼ਾਪਿੰਗ ਕਰਨ ਗਿਆ ਹੋਇਆ ਸੀ ਇੱਕ ਸਟੋਰ ਦੇ ਵਿੱਚ। ਜਦੋਂ ਮੈਂ ਦੇਖਿਆ ਕਿ ਬਾਈ ਦੀ ਕਾਲ ਆ ਰਹੀ ਹੈ ਤੇ ਨਾਲ ਰਿਆੜ ਬਾਈ ਆ, ਮੈਂ ਕਿਹਾ ਯਾਰ ਸ਼ਾਪਿੰਗ ਤਾਂ ਫੇਰ ਵੀ ਹੁੰਦੀ ਰਹਿਣੀ ਆ, ਚੱਲ ਤੂੰ ਛੱਡ, ਪਹਿਲਾਂ ਗੱਲ ਕਰ ਭਰਾਵਾਂ ਨਾਲ, ਹਨਾ। ਮੈਂ ਉਹ ਸਟੋਰ ਚੋਂ ਨਿਕਲ ਕੇ ਆ ਕੇ ਤੇ ਮੈਂ ਗੱਡੀ 'ਚ ਬਹਿ ਗਿਆ, ਕੁਦਰਤਨ ਜਿਵੇਂ ਬੰਦੇ ਨੇ ਲੰਮੀ ਗੱਲਬਾਤ ਹੋਣੀ ਹੁੰਦੀ ਆ। ਤੇ ਸਾਡੀ ਲਗਭਗ ਤਿੰਨਾਂ ਭਰਾਵਾਂ ਦੀ ਅੱਧੇ ਘੰਟੇ ਦੇ ਲਗਭਗ ਸਾਡੀ ਗੱਲਬਾਤ ਹੁੰਦੀ ਰਹੀ। ਉਹ ਤੋਂ ਪਹਿਲਾਂ ਬਾਈ ਜੱਗੀ ਤੇ ਰਿਆੜ ਬਾਈ ਦੋਨੇ ਗੱਲਾਂ ਕਰਦੇ ਰਹੇ। ਜਿਵੇਂ ਬਾਈ ਜੱਗੀ ਦਾ ਖੁੱਲਾ ਸੁਭਾਅ, ਮੈਨੂੰ ਕਹਿੰਦੇ ਵੀ ਖੁਰਮੀ ਅੱਜ ਤਿਆਰ ਹੋ ਜਾ, ਮੈਂ ਤੇ ਰਿਆੜ ਬਾਈ ਨੇ ਤੇਰੇ ਜੁੱਤੀ ਫੇਰਨੀ ਆ। ਮੈਂ ਕਿਹਾ ਵੀ ਬਾਈ ਇਹ ਤਾਂ ਧੰਨ ਭਾਗ ਆ ਕਿ 2 ਵੱਡੇ ਭਰਾ ਛੋਟੇ ਨੂੰ ਹੂਰੇ ਲਾਉਣਗੇ, ਹਨਾ। ਮੈਂ ਕਿਹਾ ਵਧੀਆ ਗੱਲ ਆ। ਤੇ ਰਿਆੜ ਦੇ ਜਿਹੜੇ ਬੋਲ ਸੀ ਨਾ, ਉਹ ਬੋਲ ਮੈਂ ਕਹਿ ਲਓ ਕਿ ਇੱਕ ਤਰ੍ਹਾਂ ਥੋੜੇ ਵਾਂਗੂ ਵੱਜਦਾ ਦਿਮਾਗ 'ਚ। ਕਹਿੰਦੇ ਵੀ ਖੁਰਮੀ ਆਪਣਾ ਛੋਟਾ ਭਰਾ ਵੀ ਆ ਤੇ ਆਪਣਾ ਪੁੱਤ ਵੀ ਆ, ਜੇ ਆਪਾਂ ਨਹੀਂ ਘੂਰਾਂਗੇ ਤੇ ਹੋਰ ਕੌਣ ਘੂਰੂ? ਵਾਹ। ਠੀਕ ਹੈ। ਇਹ ਗੱਲਾਂ ਉਦੋਂ ਤੁਹਾਨੂੰ ਜ਼ਿਆਦਾ ਚੇਤੇ ਆਉਂਦੀਆਂ ਵੀ ਜਿਹੜਾ ਬੰਦਾ ਕਹਿਣ ਵਾਲਾ ਤੁਹਾਨੂੰ ਰਾਤ ਨੂੰ એનર્ਜੀ ਨਾਲ, ਊਰਜਾ ਨਾਲ ਫੁੱਲ ਕਰਕੇ ਪਿਆ ਹੋਵੇ ਤੇ ਸਵੇਰ ਨੂੰ ਉਹ ਖੁਦ ਹੀ ਨਾ ਜਿਉਂਦਾ ਹੋਵੇ। ਬਹੁਤ ਵੱਡੀ ਗੱਲ ਆ, ਬਹੁਤ ਵੱਡੀ। ਬਾਈ ਜੀ ਇੱਕ ਫੀਲਡ ਦੇ ਵਿੱਚੋਂ ਤੁਸੀਂ ਮੰਨ ਲਓ ਕਿ ਇੱਕ ਰੇਡੀਓ ਸਟੇਸ਼ਨ ਤੇ ਬੈਠੇ ਹੋ, ਠੀਕ ਆ, ਜਿਹੜਾ ਹਰਜੀਤ ਗਿੱਲ ਬਾਈ ਬਹੁਤ ਇੱਕ ਵੱਡਾ ਨਾਂ, ਜਿਹੜੇ ਤਾਂ ਹਰਜੀਤ ਬਾਈ ਤੋਂ ਵੱਡੇ ਆ ਉਹਨਾਂ ਦਾ ਤਾਂ ਜ਼ੋਰ ਇਹ ਲੱਗਿਆ ਹੋਣਾ ਕਿ ਇਹਨੂੰ ਦੱਬ ਕੇ ਕਿਵੇਂ ਰੱਖਣਾ, ਤੇ ਜਿਹੜੇ ਮੇਰੇ ਵਰਗੇ ਪਿੱਛੇ ਤੁਰੇ ਆਉਂਦੇ ਆ ਉਹਨਾਂ ਦਾ ਜ਼ੋਰ ਹੁੰਦਾ ਵੀ ਇਹਨੂੰ ਥੱਲੇ ਨੂੰ ਕਿਵੇਂ ਖਿੱਚਣਾ। ਕਿਉਂਕਿ ਇੱਕ ਫੀਲਡ ਦੇ ਵਿੱਚ ਇਹ ਚੀਜ਼ ਲਗਾਤਾਰ ਚੱਲਦੀ ਆ, ਚਾਹੇ ਉਹ ਕੋਈ ਵੀ ਫੀਲਡ ਖੇਤਰ ਹੋਵੇ, ਹਨਾ। ਪਰ ਇੱਕ ਖੇਤਰ ਦੇ ਵਿੱਚ
ਇੱਕ ਖੇਤਰ ਦੇ ਵਿੱਚ ਵੱਡਾ ਨਾਂ ਜਦੋਂ ਜਾਂ ਵੱਡਾ ਭਰਾ ਉਹ ਛੋਟੇ ਨੂੰ ਕਹੇ ਵੀ ਤੂੰ ਮੇਰੇ ਮੋਢਿਆਂ ਤੇ ਚੜ ਕੇ ਬੈਠ, ਮੈਂ ਤੈਨੂੰ ਮੇਲਾ ਘੁਮਾਉਣਾ, ਇਹਦੇ ਵਰਗੀ ਉਦਾਹਰਨ ਮੈਂ ਰਿਆੜ ਤੋਂ ਦੂਰ ਹੋ ਕੇ ਕਿਤੇ ਦੇਖ ਹੀ ਨਹੀਂ ਸਕਦਾ। ਵਾਹ। ਅੱਛਾ ਸ਼ਬਦ ਬਾਈ ਦੇ ਸ਼ਬਦ ਇੰਨੇ ਕੁ ਵਧੀਆ ਸੀ, ਇੱਕ ਵੀ ਉਹਨਾਂ ਦੇ 2-2 3-3 ਘੰਟੇ ਦੇ ਅੱਜ ਦੇ ਮੁੱਦੇ ਦੇ ਵਿੱਚ ਇੱਕ ਵੀ ਸ਼ਬਦ ਯਾਰ ਕਿਤੇ ਕੋਈ ਵੀ ਅੰਗਰੇਜ਼ੀ ਦਾ ਨਹੀਂ ਸੀ ਲੱਭਦਾ। ਮੈਂ ਹੈਰਾਨ ਹੈ। ਨਾਲ ਨਾਲ ਲਿਖੀ ਵੀ ਜਾਣਾ, ਨਾਲ ਨਾਲ ਬੋਲੀ ਵੀ ਜਾਣਾ, ਬਹੁਤ ਅਲੱਗ ਕਿਸਮ ਦੀ ਸ਼ੈਲੀ ਸੀ। ਬਾਈ ਜੀ ਅਸਲ ਦੇ ਵਿੱਚ ਗੱਲ ਪਤਾ ਕੀ ਆ, ਜਿਹੜਾ ਇੱਕ ਤਾਂ ਕਿਸੇ ਨੂੰ ਧਰੀ ਧਰਾਈ ਬਣੀ ਬਣਾਈ ਸ਼ੋਹਰਤ ਮਿਲ ਜਾਂਦੀ ਆ, ਠੀਕ ਆ, ਪਰ ਰਿਆੜ ਉਹ ਬੰਦਾ ਸੀ ਜਿਹੜਾ ਬਿਲਕੁਲ ਮੈਦਾਨੀ ਕਹਿ ਲੋ ਕਿ ਇਲਾਕੇ ਚੋਂ ਉੱਠ ਕੇ ਆਪਦੇ ਪਰਿਵਾਰ ਦੇ ਵਿੱਚੋਂ ਉੱਠ ਕੇ ਜਿਹਨੇ ਐਡੀ ਵੱਡੀ ਸ਼ੋਹਰਤ ਹਾਸਲ ਕੀਤੀ, ਉਹਦੇ ਪਿੱਛੇ ਉਹਦੀ ਜਿਹੜੀ ਲਿਆਕਤ ਸੀ, ਉਹਦੀ ਪੜ੍ਹਾਈ ਸੀ, ਉਹ ਬੋਲਦੀ ਸੀ। ਕਿਉਂਕਿ ਛੋਟੀ ਉਮਰ ਦੇ ਵਿੱਚ ਵੱਡੇ ਵੱਡੇ ਬੰਦਿਆਂ 'ਚ ਤੇ ਵੱਡੀਆਂ ਵੱਡੀਆਂ ਸੰਸਥਾਵਾਂ 'ਚ ਵਿਚਰਨ ਕਰਕੇ ਬੰਦੇ ਨੇ ਸਿੱਖਿਆ ਬਹੁਤ ਕੁਝ ਸੀ। ਉਹ ਆਪਣੇ ਆਪ 'ਚ ਉਹਦੀ ਜਿਹੜੀ ਸ਼ੈਲੀ ਮੁਤਾਬਕ ਆਪਾਂ ਉਹਨੂੰ ਸ਼ਬਦਾਂ ਦਾ ਜਾਦੂਗਰ ਕਹਿ ਸਕਦੇ ਹਾਂ, ਉਹਨੂੰ ਸ਼ਾਇਰੀ ਦਾ ਸ਼ਬਦਕੋਸ਼ ਕਹਿ ਸਕਦੇ ਹਾਂ। ਤੁਸੀਂ ਜੇ ਕਿਤੇ ਟਾਈਮ ਮਿਲਿਆ ਜਾਂ ਕਦੇ ਵੀ ਹੋਇਆ ਤਾਂ ਰਿਆੜ ਦਾ ਇੱਕ ਗੀਤ ਸੀਗਾ, ਰਾਜ ਬਰਾੜ ਨੇ ਗਾਇਆ ਸੀ, ਸਾਨੂੰ ਜਾਣ ਲੱਗਾ ਕੁਝ ਕਹਿ ਜਾਂਦਾ, ਸਾਡਾ ਮਾਣ ਜਿਹਾ ਤਾਂ ਰਹਿ ਜਾਂਦਾ, ਤੇਰੀ ਆਹਟ। ਹੁਣ ਸੋਚ ਕੇ ਦੇਖੋ ਵੀ ਤੁਸੀਂ ਆਪਾਂ ਖੜਕਾ ਕਹਿ ਦਿੰਦੇ ਆ, ਖੜਾਕਾ, ਤੇਰੀ ਆਹਟ ਬਿਨ ਸੱਜਣਾ ਸਾਨੂੰ ਗਲੀਆਂ ਜਾਪਣ ਸੁਣੀਆਂ ਵੇ, ਰੰਗੀਆਂ ਰੰਗਾਈਆਂ ਰਹਿ ਗਈਆਂ ਤੇਰੀ ਪੱਗ ਨਾਲ ਦੀਆਂ ਚੁੰਨੀਆਂ ਵੇ। ਬੱਲਾ ਬੱਲਾ ਬੱਲਾ। ਉਹਦੀ ਸ਼ਾਇਰੀ ਵੀ ਇਸ ਤਰ੍ਹਾਂ ਦੀ ਸੀ, ਕਹਿੰਦਾ ਫੁੱਲਾਂ ਦੇ ਨਾਲ ਗੰਢ ਕੇ ਵੇ ਸਾਨੂੰ ਰੂਪ ਦੇ ਗਿਆ ਥੋਰਾਂ ਦਾ, ਤੈਨੂੰ ਆਪੇ ਪਤਾ ਹੈ ਲੱਗ ਜਾਣਾ ਭੈੜਾ ਕਤਲ ਹੁੰਦਾ ਏ ਮੋਰਾਂ ਦਾ। ਸੋਚ ਕੇ ਦੇਖੋ ਕਿ ਬੰਦੇ ਦੀ ਸ਼ਾਇਰੀ ਵੀ ਕਿੱਥੇ ਫਿਰਦੀ ਸੀ। ਮੋਰ ਦਾ ਕਤਲ ਕਰਨਾ, ਮੋਰ ਨੂੰ ਮਾਰਨਾ, ਇਹਨੇ ਬੀਬੇ ਪੰਛੀ ਨੂੰ ਮਾਰਨਾ, ਕਿੱਡਾ ਵੱਡਾ ਪਾਪ ਆ, ਕਿੱਡਾ ਵੱਡਾ ਕਤਲ ਆ। ਤੁਸੀਂ ਸੋਚ ਕੇ ਦੇਖੋ ਕਿ ਇੱਕ ਗੀਤ ਦੀ ਸਤਰ ਦੇ ਵਿੱਚ ਇਹੋ ਜਿਹੀਆਂ ਤਸਵੀਰਾਂ ਦੇਣੀਆਂ, ਉਹ ਰਿਆੜ ਹਿੱਸੇ ਆਈਆਂ ਸੀ। ਅੱਛਾ ਬਾਈ ਜੀ, ਇਹ ਪ੍ਰਵਾਸ ਦੇ ਵਿੱਚੋਂ ਮੈਨੂੰ ਪਤਾ ਲੱਗਿਆ ਅੱਜ ਹੀ, ਤੁਸੀਂ ਨੇੜੇ ਸੋ, ਕਦੇ ਗੱਲ ਇਹ ਨਾ ਹੋਈ ਕਿ ਹੁੰਦਾ ਕਿਹੜਾ ਵੀ ਬੰਦੇ ਨੇ ਤੁਰ ਜਾਣਾ ਮਨ ਦਾ ਹੁੰਦਾ, ਕਹਿੰਦੇ ਵਾਪਸ ਨਹੀਂ ਭਾਰਤ ਗੇੜਾ ਮਾਰਿਆ, 20-21 ਸਾਲ ਜ਼ਿਆਦਾ ਆ ਗਏ ਇੱਥੇ। ਬਿਲਕੁਲ ਬਾਈ ਜੀ, ਜਿੱਥੇ ਤੱਕ ਮੈਨੂੰ ਵੀ ਇਹੀ ਪਤਾ ਲੱਗਿਆ ਕਿ ਬਾਈ ਰਿਆੜ ਨੇ ਦੁਬਾਰਾ ਜਾਨੀ ਕਿ ਵਹੀਰ ਨਹੀਂ ਘੱਤੀ, ਤੇ ਉਹਦਾ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਰੁਝੇਵੇਂ ਹੀ ਇੰਨੇ ਜ਼ਿਆਦਾ ਹੋ ਜਾਂਦੇ ਆ ਬੰਦੇ ਦੇ, ਹਨਾ, ਪਰਿਵਾਰਕ ਰੁਝੇਵੇਂ ਇੰਨੇ ਜ਼ਿਆਦਾ ਹੋ ਜਾਂਦੇ ਆ, ਤੇ ਇਹ ਨਹੀਂ ਕਹਿ ਸਕਦੇ ਕਿ ਪਰਿਵਾਰਕ ਕਾਰਨ ਜਾਂ ਉਹਦਾ ਕੀ ਹੋ ਸਕਦਾ, ਕਿਉਂਕਿ ਆਪਾਂ ਇੱਕ ਦੋਸਤ ਵਜੋਂ ਵਿਚਰਦੇ ਹਾਂ ਤੇ ਆਪਾਂ ਇੰਨੀਆਂ ਡੂੰਘਾਈਆਂ 'ਚ ਪੈਣਾ ਵੀ ਨਹੀਂ ਚਾਹੁੰਦੇ ਤੇ ਪੈਣਾ ਵੀ ਨਹੀਂ ਚਾਹੀਦਾ, ਹਨਾ, ਕਿਉਂਕਿ ਕਿਉਂਕਿ ਹਰੇਕ ਦਾ ਆਪੋ ਆਪਣਾ ਨਿੱਜੀ ਹੁੰਦਾ। ਜੇ ਹੁਣ ਮੈਂ ਕਹਾਂ ਕਿ ਮੈਥੋਂ ਹੀ ਪਰਿਵਾਰਕ ਜ਼ਿੰਮੇਵਾਰੀਆਂ ਦੇ ਵਿੱਚ 5 ਸਾਲ ਮੇਰੇ ਹੀ ਲੰਘ ਗਏ, ਹਜੇ ਵੀ ਨਹੀਂ ਪਤਾ ਵੀ ਕਦੋਂ ਜਾਇਆ ਜਾਣਾ। ਬਿਲਕੁਲ ਠੀਕ, ਬਿਲਕੁਲ ਠੀਕ, ਹਨਾ। ਅੱਛਾ ਬਾਈ ਜੀ, ਫਿਰ ਹੁਣ ਜਿਹੜੇ ਬੰਦੇ ਜਿਹੜੇ ਲੋਕਾਂ 'ਚ ਵਿਚਰਦੇ ਬੰਦੇ ਨੇ ਬਾਈ ਜੀ ਖੁਰਮੀ, ਇਹ ਜਦ ਤੁਰ ਜਾਂਦੇ ਨੇ, ਸਾਡਾ ਆਪਣਾ ਆਪਣਾ ਜਗਤ ਇਹੋ ਜਿਹਾ ਜਗਤ ਹੈ ਜਿਹਦੇ ਵਿੱਚ ਹਫ਼ਤੇ ਬਾਅਦ ਯਾਦਾਂ ਭੁੱਲ ਜਾਂਦੀਆਂ। ਮਤਲਬ ਜਿਹੜਾ ਬੰਦਾ ਲੋਕਾਂ 'ਚ ਵਿਚਰਨੋਂ ਹਟ ਜਾਂਦਾ ਹੈ, ਉਹ ਆਪਣੀ ਯਾਦ ਤੋਂ ਦੂਰ ਚਲੇ ਜਾਂਦਾ। ਇਹ ਜਿਹੇ ਬੰਦੇ ਨੂੰ ਜਿਹੜਾ ਲੋਕਾਂ 'ਚ ਸਮੋਇਆ ਹੋਵੇ, ਜਿਹਨੇ ਹੱਕ ਸੱਚ ਤੇ ਗੱਲ ਠੋਕ ਕੇ ਕੀਤੀ ਹੋਵੇ, ਕੋਈ ਕਮੀਆਂ ਹਰ ਇੱਕ ਇਨਸਾਨ 'ਚ ਕੋਈ ਹੋ ਸਕਦੀ ਜਿਹਨਾਂ ਨੂੰ ਮੈਂ ਵੇਖਣਾ ਨਹੀਂ ਚਾਹੁੰਦਾ, ਜੇ ਹੋਈ ਹੋਵੇ ਵੀ ਕੋਈ ਮੈਨੂੰ ਪਤਾ ਨਹੀਂ, ਪਰ ਇਹ ਯਾਦਾਂ ਜਿਹੜੀਆਂ ਨੇ ਇਹੋ ਜਿਹੇ ਵਧੀਆ ਵਿਅਕਤੀ ਦੀਆਂ, ਬੰਦੇ ਵਧੀਆ ਇੱਕ ਇਨਸਾਨ ਦੀਆਂ, ਉਹ ਯਾਦਾਂ ਕਿਵੇਂ ਸਾਂਭੀਆਂ ਜਾ ਸਕਦੀਆਂ ਬਾਈ? ਬਾਈ ਜੀ ਪਹਿਲੀ ਗੱਲ ਤਾਂ ਉਹ ਆਪਣੇ ਕੰਮਾਂ ਨਾਲ ਆਪਣੇ ਆਪ ਵੀ ਜਿਉਂਦੇ ਰਹਿਣਗੇ, ਕਿਉਂਕਿ ਉਹਨਾਂ ਦੀਆਂ ਜਿਹੜੀ ਬੇਬਾਕੀ ਕਹਿ ਲੋ, ਜਾਂ ਜਿਹੜੀਆਂ ਉਹਨਾਂ ਦੇ ਹੁਣ ਤੱਕ ਜਿਹੜੀ ਸਮਾਜ ਦੇ ਲਈ ਦੇਣ ਸੀ, ਹਨਾ, ਜਾਂ ਜਿਹੜੇ ਉਹਨਾਂ ਨੇ ਬੂਟੇ ਲਾਏ ਆ, ਜਿਨ੍ਹਾਂ ਨੂੰ ਆਪਦੇ ਪਿੱਛੇ ਹੱਲਾਸ਼ੇਰੀਆਂ ਦਿੱਤੀਆਂ, ਪਹਿਲੀ ਗੱਲ ਤਾਂ ਉਹੀ ਯਾਦਾਂ ਬੂਟੇ ਦਰਖਤ ਬਣਨਗੀਆਂ। ਦੂਜੀ ਗੱਲ, ਜਦੋਂ ਕੋਈ ਬੰਦਾ ਜਿਹਨੂੰ ਅਸੀਂ ਹੱਦ ਤੋਂ ਵੱਧ ਪਿਆਰ ਕਰਦੇ ਹਾਂ, ਮੋਹ ਕਰਦੇ ਹਾਂ, ਠੀਕ ਆ, ਉਹਦੀ ਯਾਦ ਦਾ ਜੇ ਆਪਾਂ ਕਹਿ ਲਈਏ ਬੁੱਤ ਲਾ ਲਈਏ, ਉਹ ਤਾਂ ਇੱਕ ਪੂਜਾ ਹੋ ਗਈ, ਪਰ ਅਸਲ ਦੇ ਵਿੱਚ ਉਹਦੀ ਯਾਦ ਨੂੰ ਜਿਉਂਦਾ ਰੱਖਣਾ, ਉਹਦੀ ਸੋਚ ਨੂੰ ਅੱਗੇ ਤੋਰਨਾ ਕਿ ਉਹ ਬੰਦੇ ਦੀ ਸੋਚ ਕੀ ਸੀ। ਮੈਂ ਆਪਦੇ ਪਿਓ ਦੀ ਗੱਲ ਕਰਾਂ, ਮੈਂ ਆਪਦੇ ਬਾਪੂ ਦੀ, ਆਪਦੇ ਚਾਚੇ ਦੀ, ਆਪਦੇ ਤਾਏ ਦੀ ਗੱਲ ਕਰਾਂ, ਠੀਕ ਹੈ, ਜੇ ਮੈਂ ਚਾਹਾਂ ਕਿ ਮੈਂ ਵੀ ਉਹਨਾਂ ਦੀ ਯਾਦ ਨੂੰ ਜਿਉਂਦਾ ਰੱਖਣਾ, ਉਹਨਾਂ ਦੇ ਜਿਹੜੇ ਅਧੂਰੇ ਸੁਪਨੇ ਆ ਉਹਨਾਂ ਨੂੰ ਪੂਰੇ ਕਰਨ ਦੇ ਰਾਹ ਤੁਰਾਂ, ਸਭ ਤੋਂ ਵੱਡੀ ਗੱਲ ਇਹੀ ਹੈ ਕਿ ਜੇ ਇੱਕ ਬੰਦਾ ਜਿਹਨੂੰ ਆਪਾਂ ਜੇ ਅੱਜ ਰਿਆੜ ਦੀ ਗੱਲ ਕਰਦੇ ਹਾਂ ਕਿ ਪੱਤਰਕਾਰੀ ਦੇ ਵਿੱਚ ਇੱਕ
ਨਿਰਪੱਖ ਜਾਂ ਬੇਬਾਕ ਪੱਤਰਕਾਰ ਹੋਇਆ। ਤੇ ਮੈਂ ਕਹਿਣਾ ਕਿ ਜਿਹੜੀ ਉਸ ਦਿਨ ਉਸ ਰਾਤ ਨੂੰ ਗੱਲ ਕਰਨ ਤੋਂ ਪਹਿਲਾਂ ਉਹਦੀਆਂ ਮੇਰੇ ਤੋਂ ਉਮੀਦਾਂ ਲਾਈ ਬੈਠਾ ਸੀ ਉਹ ਬੰਦਾ, ਜਾਂ ਜਿਹੜੇ ਮੈਨੂੰ ਸਲਾਹਾਂ ਦੇ ਕੇ ਗਿਆ, ਮੱਤਾਂ ਦੇ ਕੇ ਗਿਆ, ਮੈਂ ਕਹਿੰਦਾ ਕਿ ਮੈਂ ਜੇ ਉਸ ਬੰਦੇ ਦੀ ਯਾਦ ਨੂੰ ਜਿਉਂਦਾ ਰੱਖਣਾ ਜਾਂ ਮੈਂ ਸੱਚੀ ਉਹਨੂੰ ਮੋਹ ਕਰਦਾ ਸੀ ਤਾਂ ਜਿਹੜੀਆਂ ਉਹਦੀਆਂ ਮੇਰੇ ਤੋਂ ਖਾਸ਼ਾਂ ਸੀ, ਮੇਰੇ ਤੋਂ ਉਮੀਦਾਂ ਸੀ, ਮੈਂ ਯਾਰ ਉਹ ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਾਂ, ਭਾਵੇਂ 2% ਵੀ ਕਰਾਂ। ਭਾਈ ਜੀ ਇੱਕ ਮਾੜਾ ਜਿਹਾ ਮੈਨੂੰ ਵਪਾਰਕ ਵਕਫਾ ਲੈਣਾ ਪੈਣਾ ਆ ਕੇ, ਮੈਂ ਜਿਹੜਾ ਸਫ਼ਰ ਹੈ 5 ਦਰਿਆ ਦਾ, ਅੱਜ ਤੁਸੀਂ ਮੇਰੇ ਨਾਲ ਹੋ, 5 ਮਿੰਟ ਉਹਦੇ ਬਾਰੇ ਵੀ ਗੱਲ ਸ਼ੁਰੂ ਕਰਨੀ ਚਾਹੁੰਦਾ। ਸਕਾਟਲੈਂਡ ਦੇ ਵਿੱਚ ਕੋਈ ਪੰਜਾਬੀ ਸਾਡਾ ਨਾ ਈ ਪੇਪਰ ਨਾ ਕੋਈ ਜਿਹੜੀ ਵੈਬਸਾਈਟ ਸੀ ਤੁਸੀਂ ਉਹ ਸ਼ੁਰੂ ਕੀਤੀ, ਉਹਦੇ ਸਫ਼ਰ ਬਾਰੇ, ਸਕਾਟਲੈਂਡ ਦੇ ਵਿੱਚ ਪੰਜਾਬੀ ਕਿੰਨੇ ਕੁ ਵਸਦੇ ਆ ਤੇ ਇਹਦੇ ਬਾਰੇ ਤੇ ਤੁਹਾਡੇ ਇਸ ਜਿਹੜਾ ਵੱਡਾ ਇੱਕ ਮੁਹਿੰਮ ਵਿੱਢੀ ਆ ਉਹਦੇ ਬਾਰੇ ਗੱਲ ਕਰਨੀ ਆ। ਮੈਂ ਮਾੜਾ ਜਿਹਾ ਵਾਪਸ ਆਇਆ, ਹੋਲਡ ਕਰ। ਠੀਕ ਹੈ ਬਾਈ। ਮਨਦੀਪ ਸਿੰਘ ਬਾਈ ਮਨਦੀਪ ਖੁਰਮੀ ਹਿੰਮਤਪੁਰਾ ਮੇਰੇ ਨਾਲ ਹੈ, ਗੱਲਾਂ ਬਾਤਾਂ ਚੱਲ ਰਹੀਆਂ ਨੇ ਕਿ ਹਰਵਿੰਦਰ ਰਿਆੜ ਨੂੰ ਯਾਦ ਕੀਤਾ, ਵੱਡੇ ਭਾਈ ਜੱਗੀ ਨੂੰ ਫੋਨ ਆ ਗਿਆ ਤੇ ਸਵੇਰੇ ਤੁਸੀਂ ਸੁਣਿਆ ਤੇ ਗੱਲਾਂ ਕਰਦੇ ਕਰਦੇ ਉਹ ਕਹਿੰਦਾ ਖੁਰਮੀ ਨਾਲ ਵੀ ਗੱਲ ਕਰ, ਖੁਰਮੀ ਨਾਲ ਗੱਲ ਕੀਤੀ ਤੇ ਉਸ ਤੋਂ ਬਾਅਦ ਹਰਵਿੰਦਰ ਰਿਆੜ ਇਸ ਦੁਨੀਆ ਤੋਂ ਰੁਖਸਤ ਕਰ ਗਿਆ। ਜਾਣਾ ਸਭ ਨੇ ਮਿੱਤਰਾ, ਰਹਿਣਾ ਕਿਸੇ ਨੇ ਨਹੀਂ, ਪਰ ਪਾਏ ਹੋਏ ਰਾਹ ਜਿਹੜੇ ਨੇ ਐਨ ਪਹੀਆਂ ਜਿਹੜੀਆਂ ਸਿੱਧੀਆਂ ਕਰਕੇ ਉਹਦੇ ਵਿੱਚ ਵੀ ਫਿਰ ਜਿਹੜੇ ਨੇ ਲੋਕਾਂ ਦੇ ਗਡਰੀਏ ਤੇ ਗੱਡੀਆਂ ਤੇ ਰੇਹੜੀਆਂ ਲੰਘਦੀਆਂ, ਪਰ ਅਕਸਰ ਵਿਸਰ ਜਾਂਦੀਆਂ ਗੱਲਾਂ ਜਿਹੜੇ ਬੰਦੇ ਰਾਹ ਸਿੱਧਾ ਕਰਦੇ ਆ। ਅੱਜ ਮੈਂ ਜਿਵੇਂ ਸ਼ਹੀਦ ਬਲਵੰਤ ਸਿੰਘ ਖੁਰਦਪੁਰ ਉਹਨਾਂ ਦੀ ਵੀ ਗੱਲ ਕਰਨੀ ਹੈ, ਤੇ ਉਹਨਾਂ ਦੇ ਇੱਥੇ ਆ ਕੇ ਮਿਹਨਤ ਕੀਤੀ ਤੇ ਵਾਪਸ ਜਦੋਂ ਮੁੜ ਕੇ ਗਏ ਤੇ ਜਾ ਕੇ ਸ਼ਹੀਦੀ ਹੋਈ ਆ, ਉਹਨਾਂ ਦੇ ਬਾਰੇ ਵੀ ਇੱਥੇ ਪ੍ਰਵਾਸ ਦੇ ਵਿੱਚੋਂ ਕੀ ਕੀ ਕਰਦੇ ਰਹੇ ਉਹਨਾਂ ਦੀ ਵੀ ਗੱਲ ਇਸ ਤਰ੍ਹਾਂ ਹੀ, ਪਰ ਰਿਆੜ ਦੀ ਜਿਹੜੀ ਹੈ ਉਹ ਵੀ ਗੱਲਬਾਤ ਕਰਕੇ ਇਉਂ ਹੀ ਰਾਹ ਜਿਹੜਾ ਮਨਦੀਪ ਖੁਰਮੀ ਨੇ ਪਾਇਆ। ਸਕਾਟਲੈਂਡ ਦੇ ਵਿੱਚ ਕੋਈ ਵੈਬਸਾਈਟ ਨਹੀਂ ਸੀ, 5 ਦਰਿਆ ਵੈਬਸਾਈਟ ਚਲਾਈ, ਈ ਪੇਪਰ ਚਲਾਇਆ, ਉਹ ਵੀ ਇਹ ਬਹੁਤ ਸਾਡੇ ਭਰਾ ਹੀਰਿਆਂ ਵਰਗੇ ਉੱਥੇ ਬਰਾਇਤ ਚ ਜਿਹੜੇ ਵਸਦੇ ਆ, ਇਹ ਦੋਨੇ ਹੀ ਫਿਰ ਦੁੱਖ ਸੁੱਖ ਯਾਦ ਕਰਦੇ ਆ। ਮੈਂ ਪਹਿਲਾਂ ਵੀ ਦੱਸਿਆ ਬਾਈ ਜੱਗੀ ਜਦ ਅੰਬ ਜਾਂਦਾ ਤੇ 6-7 ਦਿਨ 6-7 ਘੰਟੇ ਦੀ ਡਰਾਈਵ ਆ ਕੇ ਚੁੱਭੀ ਮਾਰ ਕੇ ਮਨਦੀਪ ਖੁਰਮੀ ਕੋਲ ਜਾਂਦਾ ਤੇ ਉੱਥੇ 2 ਦਿਨ ਨਿਸਲ ਹੁੰਦਾ ਵੀ ਹੁਣ ਨਹੀਂ ਮੈਂ ਮੁੜਨਾ, ਤੇ ਇਹ ਉੱਥੋਂ ਫਿਰ ਜਿਵੇਂ ਜਿਹੜੇ ਖਰਮੇ ਤੇ ਕਰੜੇ ਬੋਲ ਜਿਵੇਂ ਬੋਲਣ ਦੇ ਆ, ਫਿਰ ਕਦੇ ਕਦੇ ਮੇਰੇ ਬਾਅਦ ਫੋਨ ਕਰਕੇ ਵੀ ਇਉਂ ਹੀ ਬੋਲਦਾ ਹੁੰਦਾ ਜਿਵੇਂ ਖੁਰਮੀ ਗੱਲਬਾਤ ਕਰਦਾ ਸੀ। ਵੱਡੇ ਭਾਈ ਦਾ ਲਕਬ ਉਸਨੂੰ ਦਿੱਤਾ, ਉਹਦੀ ਲਿਖਤ ਜਿਹੜੀ ਸ਼ਾਹਕਾਰ ਹੈ। You're listening to 1550 AM KRPI Ferndale. The views expressed are not necessarily those of the staff, management, or ownership of this station. ਉਹਦੇ ਨਾਵਲਾਂ ਨੇ, ਉਹਦੀਆਂ ਕਾਂਡਾਂ ਨੇ, ਉਹਦੀਆਂ ਕਹਾਣੀਆਂ ਨੇ ਹਰਜੀਤ ਗਿੱਲ ਨੂੰ ਹਰਜੀਤ ਗਿੱਲ ਸ਼ੇਰੇ ਪੰਜਾਬ ਵਾਲਾ ਬਣਾਇਆ, ਤੇ ਉਹ ਤੁਸੀਂ ਇੰਨਾ ਪਸੰਦ ਤੇ ਪਿਆਰ ਕੀਤਾ ਪਿਛਲੇ 12 ਸਾਲਾਂ ਦੇ ਵਿੱਚ। 600 ਦੇ ਕਰੀਬ ਕਹਾਣੀਆਂ ਦੇ ਵਿੱਚੋਂ 400-450 ਬਾਈ ਦੀਆਂ ਕਹਾਣੀਆਂ ਹੋਣੀਆਂ ਘੱਟੋ ਘੱਟ। ਉਹ ਵੀ ਜਦ ਸੁਣਾਉਣਾ ਜਦ ਮੁੱਕ ਜਾਂਦੀਆਂ ਫਿਰ ਮੈਨੂੰ ਇੱਧਰ ਉੱਧਰ ਕਿਤੇ ਅੱਖ ਭਲਾਹੀ ਹੱਥ ਮਾਰਨੇ ਪੈਂਦੇ ਆ। ਪਹਿਲਾਂ ਤਾਂ ਇਹੀ ਹੁੰਦਾ ਕਾਂਡ ਦਾ, ਜਦ ਕਈ ਵਾਰ ਕਹਾਣੀ ਲੱਭਣ ਨੂੰ ਬਣਾ ਕੇ ਉਹਦਾ ਨਾਂ ਪੁੱਛਦਾ ਹੁੰਦਾ ਵੀ ਆਹ ਕਾਂਡ ਦੇ ਮੈਨੂੰ ਦੱਸ ਨਾਂ ਕਿਹੜਾ ਰੱਖਾਂ ਇਹਦਾ, ਤੇ 4-5 ਲਿਖ ਕੇ ਭੇਜੂ, ਆਹ ਰੱਖ ਲਾ, ਆਹ ਰੱਖ ਲਾ, ਆਹ ਰੱਖ ਲਾ, ਤੇ ਉਹਦੀ ਤੋੜ ਫੋੜ, ਉਹਦੀਆਂ ਗੱਲਾਂ ਬਾਤਾਂ ਵਿੱਚੋਂ ਕਰਤਾ ਦੇ ਹੱਕ ਰਾਖਵੇਂ ਦੀਆਂ ਧੱਜੀਆਂ ਉਡਾ ਦਿੰਦਾ ਮੈਂ ਫੜ ਕੇ ਨਾਵਲ ਦੀ। ਉਹ ਕਹਿੰਦਾ ਨਾ ਥਾਨ ਸਿੱਟਿਆ ਜਿਹੜਾ ਕੋਈ ਮਰਜ਼ੀ ਸਵਾਲ ਹੈ। ਉਹੀ ਮੁਕਾਮ ਜਿਹੜਾ ਮਨਦੀਪ ਖੁਰਮੀ ਨੂੰ ਇੰਗਲੈਂਡ ਦੇ ਵਿੱਚ, ਦੋਨੇ ਭਰਾ ਆਪਸ ਵਿੱਚ ਦੁੱਖ ਸੁੱਖ ਕਰਦੇ ਆ। ਖੁਰਮੀ ਹੋਣੀ ਮੇਰੇ ਨਾਲ ਨੇ। ਅੱਛਾ ਬਾਈ ਜੀ, 5 ਦਰਿਆ ਦੀ ਮੈਨੂੰ ਗੱਲ ਸਮਝਾਓ ਵੀ 5 ਦਰਿਆ ਨੂੰ ਜਾਂ ਸਕਾਟਲੈਂਡ ਦੇ ਵਿੱਚ ਵਗਾਇਆ, 5 ਦਰਿਆਵਾਂ ਨੂੰ ਲੈ ਕੇ ਸਕਾਟਲੈਂਡ ਆਏ, ਸਕਾਟਲੈਂਡ ਦੇ ਵਿੱਚ ਸਾਡੀ ਵਸੋਂ ਪੰਜਾਬੀਆਂ ਦੀ ਕਿੰਨੀ, ਤੇ ਉਦੋਂ 5 ਦਰਿਆ ਆਪਣੀ ਵੈਬਸਾਈਟ ਤੇ ਈ ਪੇਪਰ ਨੂੰ ਹੰਗਾਰਾ ਕਿੰਨਾ? ਬਾਈ ਜੀ ਪਹਿਲੀ ਗੱਲ ਤਾਂ ਇਹ ਸੀ ਨਾ, ਪਹਿਲਾਂ ਮੈਂ ਇੱਥੋਂ ਸਕਾਟਲੈਂਡ ਤੋਂ 250 ਮੀਲ ਦੂਰ ਇੰਗਲੈਂਡ ਵਾਲੇ ਪਾਸੇ ਰਹਿੰਦਾ ਸੀ। ਉੱਥੇ ਹਾਲਾਤ ਇਹ ਬਣਿਆ ਕਿ ਮੈਂ 6-7 ਸਾਲ ਕੰਮ ਦੇ ਚੱਕਰ 'ਚ ਉੱਥੇ ਰਹਿਣਾ ਪਿਆ, ਤਾਂ ਕੋਈ ਇਹੋ ਜਿਹਾ ਭਰਪਾ ਵੀ ਹੈ ਨਹੀਂ ਸੀ ਵੀ ਜਿੱਥੇ ਤੁਸੀਂ ਦੁੱਖ ਦੇ ਸੁੱਖ ਦੇ ਕਿਸੇ ਨੂੰ ਸੱਦ ਲਓ, ਆਵਾਜ਼ ਮਾਰ ਲਓ। ਫਿਰ ਇੱਕ ਵੱਡੀ ਲੋੜ ਇਹ ਬਣੀ ਕਿ ਬੱਚਿਆਂ ਦੇ ਸਕੂਲ ਕਰਕੇ ਤੇ ਅਗਲੀ ਜਿਹੜੀ ਭਵਿੱਖ ਦੀ ਰਣਨੀਤੀ ਉਹ ਉਲੀਕਣ ਲਈ ਇੱਥੇ ਹਰ ਬੱਚੇ ਨੂੰ ਜਿਹੜਾ ਇੱਥੇ 5 ਸਾਲ ਰਹਿ ਗਿਆ ਜਾਂ ਪੜ੍ਹ ਗਿਆ, ਉਹਨੂੰ ਪਹਿਲੀ ਡਿਗਰੀ ਚਾਹੇ ਉਹ 5 ਸਾਲ ਦੀ ਆ ਚਾਹੇ 6 ਸਾਲ ਦੀ ਆ, ਉਹ 0 ਖਰਚੇ ਤੇ ਹੁੰਦੀ ਆ।
ਅੱਛਾ ਜੀ। ਜਿਹੜੀ ਇੰਗਲੈਂਡ ਦੇ ਵਿੱਚ ਕਮ ਸੇ ਕਮ 60-70-80 ਪਾਉਂਡ ਤੱਕ ਖਰਚਾ ਪਹੁੰਚ ਜਾਂਦਾ। ਤੇ ਮੈਂ ਇਸੇ ਚੱਕਰ ਦੇ ਵਿੱਚ ਹੀ ਬੱਚਿਆਂ ਦੀ ਬੈਟਰ ਵਧੀਆ ਪੜ੍ਹਾਈ ਦੇ ਲਈ ਮੈਂ ਸਕਾਟਲੈਂਡ ਮੂਵ ਹੋਣਾ ਮੰਨਿਆ। ਤੇ ਇੱਥੇ ਜਿਹੜੀ ਵਸੋਂ ਦਾ ਅੰਕੜੇ ਆ ਜਿਹੜੇ 2011 ਦੇ ਜਨਗਣਨਾ ਮੁਤਾਬਕ ਇੱਥੇ 23 ਤੋਂ 25 ਹਜ਼ਾਰ ਪੰਜਾਬੀ ਵਸੋਂ ਜਿਹੜੀ ਗਿਣੀ ਗਈ ਹੈ। ਤੇ ਹੁਣ ਜਿਹੜੇ ਵਿਦਿਆਰਥੀ ਆਏ ਆ ਜਾਂ ਹੋਰ ਵੀ ਨਵੇਂ ਪਰਿਵਾਰ ਪੈਦਾ ਹੋ ਜਾਂਦੇ ਆ ਹਨਾ, ਅੱਗੇ ਬੱਚੇ ਪੈਦਾ ਇੰਨੇ ਅਰਸੇ ਦੇ ਵਿੱਚ ਲੱਗਦਾ ਕਿ ਇਹ 30,000 ਤੋਂ ਟੱਪੂ ਗਣਤੀ ਜਿਹੜੀ ਪੰਜਾਬੀ ਲਿਖਣ ਵਾਲੇ ਜਿਹੜੀ ਵਸੋਂ ਆ। ਤੇ ਜਦੋਂ ਮੈਂ ਇੱਥੇ ਆਇਆ ਕਿ ਇੱਥੇ ਮਹਿਸੂਸ ਕੀਤਾ ਕਿ ਯਾਰ ਘੱਟੋ ਘੱਟ ਇਸ ਇਲਾਕੇ ਦੇ ਵਿੱਚ ਇੱਥੋਂ ਦਾ ਕੋਈ ਨਾ ਥੇ ਹੀ ਨਹੀਂ ਬੋਲਿਆ ਜਾਂਦਾ, ਨਾ ਕਿਸੇ ਖਬਰਸਾਰ 'ਚ ਬੋਲਿਆ ਜਾਂਦਾ। ਫਿਰ ਮੈਂ ਉਧਰੋਂ ਜਗਬਾਣੀ ਨਾਲ ਜੁੜਿਆ ਕਰਕੇ ਨਾਲ ਜਿਹੜੇ ਲੋਕਲ ਪੇਪਰ ਸੀ ਉਹਨਾਂ ਦੇ ਨਾਲ ਜਾਂ ਟੀਵੀ ਚੈਨਲ ਦੇ ਨਾਲ ਜੁੜਿਆ ਕਰਕੇ ਫਿਰ ਮੈਨੂੰ ਲੱਗਿਆ ਕਿ ਘੱਟੋ ਘੱਟ ਜਿੱਥੇ ਰਹਿੰਦੇ ਆ ਉੱਥੋਂ ਦੀ ਐਕਟੀਵਿਟੀ, ਉੱਥੋਂ ਦੀ ਗਤੀਵਿਧੀ ਵਧਣੀ ਚਾਹੀਦੀ ਹੈ। ਤੇ ਉਹਦੇ ਇਸੇ ਗੱਲ ਨੂੰ ਮੁੱਖ ਰੱਖਦੇ ਹੀ ਅਚਾਨਕ ਜਿਹੜਾ ਮੇਰੀ ਪਹਿਲਾਂ himmatpura.com ਵੈਬਸਾਈਟ ਚੱਲਦੀ ਸੀ ਉਹ ਤਕਨੀਕੀ ਕਾਰਨ ਕਰਕੇ ਬੰਦ ਹੋ ਗਈ ਕੁਛ ਉਹ। ਤੇ ਫਿਰ ਮੈਨੂੰ ਲੱਗਿਆ ਕਿ ਨਹੀਂ, ਮੈਨੂੰ ਆਪਣੇ ਆਪ ਨੂੰ ਮੈਂ ਉਪਾਹਾ ਜਿਹਾ ਲੱਗਣ ਲੱਗ ਗਿਆ ਕਿ ਯਾਰ ਮੇਰੇ ਲਈ ਕੋਈ ਖਾਸ ਨੂੰ ਕੰਮ ਹੈ ਨਹੀਂ। ਫਿਰ ਮੈਂ ਬਾਈ ਨਾਲ ਹੀ ਗੱਲ ਕੀਤੀ, ਬਾਈ ਫੇਰ ਘੁੰਮ ਕੇ ਵਿੱਚ ਆ ਜਾਂਦਾ। ਮੈਂ ਬਾਈ ਦੇ ਅੱਗੇ ਨਾਲ ਗੱਲ ਕੀਤੀ ਵੀ ਬਾਈ ਮੈਂ ਵੈਬਸਾਈਟ ਸ਼ੁਰੂ ਕਰਨੀ ਆ ਤੇ ਨਾਮਕਰਨ ਕਰ ਬਈ ਕੀ ਕਰਨਾ। ਤੇ ਮੈਂ 5-4 ਨਾਂ ਦਿੱਤੇ। ਉਹ ਹੁਣ ਬਾਈ ਦੇ ਨਾਮ ਰੱਖਣ ਦੇ ਸਟਾਈਲ ਮੁਤਾਬਕ ਹੀ ਮੈਨੂੰ ਕਹਿੰਦਾ ਵੀ ਮੈਂ ਪਹਿਲਾ ਤੇ ਆਖਰੀ ਕੋਈ ਨਾਂ ਦੇਣਾ, ਰੱਖਣਾ ਰੱਖੀ, ਤੇਰੀ ਮਰਜ਼ੀ ਆ। ਉਹਨਾਂ ਨੇ ਸੁਝਾਇਆ 5 ਦਰਿਆ ਤੇ ਆਪਾਂ ਬਾਈ 7 ਵਚਨ ਕਹਿ ਕੇ ਤੇ 5 ਦਰਿਆ ਵਗਾਤੇ। ਉਹ 7 ਅਪ੍ਰੈਲ ਨੂੰ ਹਜੇ ਆਪਾਂ ਨੂੰ 1 ਸਾਲ ਹੋਣਾ ਤੇ 5 ਲੱਖ ਵਿਜ਼ਟਰ ਕਾਊਂਟਰ ਉੱਤੇ ਪਹਿਲੀ ਆਪਦੀ ਪਲਾਕੀ ਮਾਰ ਕੇ ਬੈਠਾ ਹੋਇਆ। ਤੇ ਨਾਲ ਹੀ 1 ਹਫ਼ਤਾ ਪਹਿਲਾਂ ਆਪਾਂ ਆਪਣੀ ਵੈਬਸਾਈਟ ਨੂੰ ਨਵਾਂ ਜਿਹੜਾ ਰੂਪ ਦਿੱਤਾ ਉਹ ਦਿੱਤਾ ਬਹੁਭਾਸ਼ਾਈ ਵੈਬਸਾਈਟ ਦਾ। ਹਾਲਾਂਕਿ ਪਹਿਲਾਂ ਜਿਹੜੀ ਆਮ 5 ਦਰਿਆ ਵੈਬਸਾਈਟ ਸੀ ਜਾਂ ਉਹ ਪੂਰੇ ਸਕਾਟਲੈਂਡ ਦੀ ਪਹਿਲੀ ਸੀ ਹੁਣ ਤੱਕ ਕੋਈ ਇਸ ਤਰ੍ਹਾਂ ਦੀ ਕੋਸ਼ਿਸ਼ ਹੀ ਨਹੀਂ ਹੋਈ ਕਿ ਇੱਥੋਂ ਦੇ ਰਹਿੰਦੇ ਪੰਜਾਬੀਆਂ ਦਾ ਕੋਈ ਆਪਦਾ ਪਲੇਟਫਾਰਮ ਵੀ ਹੋਵੇ। ਤੇ ਪਿਛਲੇ ਹਫ਼ਤੇ ਤੋਂ ਆਪਣੀ ਵੈਬਸਾਈਟ ਨੂੰ ਇੱਕ ਹੋਰ ਮਾਣ ਮਿਲਿਆ ਕਿ ਜਦੋਂ ਤੁਸੀਂ 5 ਦਰਿਆ ਵੈਬਸਾਈਟ ਤੇ ਜਾਓਗੇ ਉਹਦੇ ਉੱਪਰ 4 ਝੰਡੇ ਲੱਗੇ ਆਉਂਦੇ ਆ। 2 ਤੇ ਭਾਰਤ ਦੇ ਝੰਡੇ ਆ, 1 ਪਾਕਿਸਤਾਨ ਦਾ ਦਿਸਦਾ ਤੇ 1 ਯੂਕੇ ਦਾ। ਉਹ ਪੰਜਾਬੀ, ਹਿੰਦੀ, ਉਰਦੂ ਤੇ ਅੰਗਰੇਜ਼ੀ ਦੇ ਆ। ਤੁਸੀਂ 4 ਬਟਨਾਂ ਚੋਂ ਕੋਈ ਬਟਨ ਦੱਬੋਗੇ ਸਾਰੀ ਵੈਬਸਾਈਟ ਚੁਟਕੀ ਮਾਰਿਆ ਪੂਰੀ ਦੀ ਪੂਰੀ ਉਹ ਟੂਲ ਨੇ ਬਦਲ ਦੇਣੀ ਆ। ਤੇ ਇਸ ਕਰਕੇ ਹੁਣ ਜਿਹੜਾ 5 ਦਰਿਆ ਵੈਬਸਾਈਟ ਆ ਉਹ ਪੂਰੇ ਯੂਕੇ ਦੀ ਪਹਿਲੀ ਬਹੁਭਾਸ਼ਾਈ ਵੈਬਸਾਈਟ ਵੀ ਬਣ ਗਈ ਹੈ। ਵਾਹ। ਅੱਛਾ, ਆਪਾਂ ਵੱਡੇ ਟੱਬਰਾਂ 'ਚ ਰਹਿਣ ਵਾਲੇ ਵੱਡੇ ਏਰੀਏ 'ਚ ਤੁਸੀਂ ਗਏ ਜਦ ਇੱਥੇ ਹੁਣ ਘੱਟ ਵਸੋਂ ਅੱਜ ਕੌਮ ਅੱਜ ਮਹਾਨ ਸ਼ਹੀਦ ਦੀ ਭਾਈ ਸਾਹਿਬ ਭਾਈ ਬਲਵੰਤ ਸਿੰਘ ਖੁਰਦਪੁਰ ਦੇ ਦਾ ਸ਼ਹੀਦੀ ਦਿਨ ਆ, ਉਹਨਾਂ ਨੂੰ ਮੈਂ ਯਾਦ ਕਰਦਾ। ਗਦਰੀ ਯੋਧਿਆਂ ਨੂੰ ਤੁਹਾਡੇ ਤੋਂ ਬਾਅਦ ਮੈਂ ਉਹ ਗੱਲ ਤੋਰਨੀ ਹੈ। ਤੇ ਉਸ ਤੋਂ ਬਾਅਦ ਜਿਹੜੇ 50 ਸਾਲ ਪਹਿਲਾਂ ਵਸੇ ਉਹ ਜਦ ਦੱਸਦੇ ਸਾਡੇ ਇੱਥੇ ਇੱਕ ਮੇਨ ਸਟਰੀਟ ਹੈ ਵੈਨਕੂਵਰ ਦੇ ਵਿੱਚ ਜਿੱਥੇ ਲੋਕ ਆਪਣੀ ਜਗ੍ਹਾ ਮਿੱਕਦੇ ਤੇ ਇੱਥੇ ਆ ਜੀ ਉੱਥੇ ਕਰਮ ਕੇ ਜਾਂਦੇ। ਉਹ ਕਹਿੰਦੇ ਮਸਾਂ ਕੋਈ ਦਸਤਾਰ ਵਾਲਾ ਬੰਦਾ ਲੱਭਦਾ 60 ਵਰੇ 65 ਵਰੇ ਪਹਿਲਾਂ ਭੱਜ ਕੇ ਜਾਂਦੇ, ਉਹ ਬੰਦਾ ਆ ਗਿਆ ਆਪਣਾ ਬੰਦਾ। ਜਿੱਥੇ ਘੱਟ ਗਿਣਤੀ ਸਾਡੀ ਹੁੰਦੀ ਹੈ ਜਿਵੇਂ ਹੁਣ ਸਕਾਟਲੈਂਡ ਦੇ ਵਿੱਚ ਘੱਟ ਵਸੋਂ ਹੈ ਉੱਥੇ ਭਾਈਚਾਰੇ ਦੇ ਮੇਲ ਮਿਲਾਪ ਦਾ ਜਾਂ ਇਕੱਠ ਦੀ ਜਗ੍ਹਾ ਕੋਈ ਗਲਾਸਗੋ ਦੇ ਏਰੀਏ 'ਚ ਗੁਰਦੁਆਰਾ ਸਾਹਿਬ ਫਿਰ ਭਾਈਚਾਰਾ ਮਿਲਣ ਦਾ ਤੇ ਕਿੱਥੇ ਰਹਿੰਦੇ ਆ ਇਕੱਠੇ। ਬਈ ਇੱਥੋਂ ਦੀ ਜਿਹੜੀ ਵਸੋਂ ਦੇ ਮੁਤਾਬਕ ਜਿਹੜਾ ਸਕਾਟਲੈਂਡ ਦੇ ਹਿਸਾਬ ਨਾਲ ਗਲਾਸਗੋ ਸ਼ਹਿਰ ਦੇ ਮੁਕਾਬਲਤਨ 4 ਗੁਰਦੁਆਰੇ ਇੱਥੇ। ਅੱਛਾ। ਪੰਜਵਾਂ ਹਿੰਦੂ ਮੰਦਿਰ ਆ, ਠੀਕ ਹੈ। ਜਾਨੀ ਕਿ ਇੰਨੇ ਕਿ ਜਿਹੜੇ ਲੋਕ ਵੀ ਆ ਉਹ ਵੀ ਅੱਡੋ ਅੱਡੀ 4 ਗੁਰਦੁਆਰਿਆਂ 'ਚ ਜਾ ਕੇ ਆਪੋ ਆਪਣਾ ਦੁੱਖ ਸੁੱਖ ਕਰਦੇ ਆ। ਪਰ ਮੈਂ ਇਹ ਤੋਂ ਪਹਿਲਾਂ ਜਿਹੜੇ ਇਲਾਕੇ ਦੇ ਵਿੱਚ ਜਿਹੜੇ ਸ਼ਹਿਰ ਦੇ ਵਿੱਚ ਮੈਂ ਸੀ ਉੱਥੇ ਮੈਨੂੰ ਗੁਰਦੁਆਰਾ ਵੀ ਜੇ ਕੋਈ ਸੀ ਉਹ ਕਮ ਸੇ ਕਮ 15 ਤੋਂ 20 ਮੀਲ ਦੂਰ ਪੈਂਦਾ ਸੀ। ਯਾਨੀ ਕਿ ਤੁਸੀਂ ਜੇ ਕਿਸੇ ਨੂੰ ਮਿਲਣ ਗਿਲਣ ਵੀ ਜਾਣਾ ਜਾਂ ਭਾਈਚਾਰੇ 'ਚ ਵੀ ਮਿਲਣ ਜਾਣਾ ਤੇ ਕਮ ਸੇ ਕਮ 35-40 ਮਿੰਟ ਤੁਹਾਨੂੰ ਗੱਡੀ ਚਲਾ ਕੇ ਜਾਣਾ ਪੈਂਦਾ ਸੀ। ਤੇ ਇਸ ਕਰਕੇ ਹੁਣ ਜਿਵੇਂ ਇੱਥੇ ਆਏ ਆ ਇੱਥੇ ਜਿਹੜੀਆਂ ਗਤੀਵਿਧੀਆਂ ਭਾਈਚਾਰੇ ਦੀਆਂ ਹੁੰਦੀਆਂ ਵੀ ਆ ਤੇ ਹੋਣ ਵੀ ਲਾ ਲਈਆਂ ਜਿਹਨੂੰ ਕਹਿ ਲਈਏ ਆਪਾਂ। ਬਹੁਤ ਹਾਂਜੀ। ਅਖੀਰ 'ਚ ਬਾਈ ਜੀ ਸੁਣਨ ਵਾਲਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ? ਫਿਰ ਤੁਹਾਡਾ ਇਸ ਵਾਰ ਗਰਮੀ ਦੇ ਵਿੱਚ ਗੇੜਾ ਲਾਉਣਾ ਤੁਸੀਂ ਤੇ ਬਾਈ ਨੇ, ਫਿਰ ਬੈਠ ਕੇ ਗੱਲਾਂ ਬਾਤਾਂ ਕਰਾਂਗੇ। ਅੱਜ ਜਿਹੜਾ ਸਵਾਬਾ ਬਾਈ ਰਿਆੜ ਦੇ ਕਾਰਨ ਬਣਿਆ ਤੇ ਕੀ ਸੁਣਨ ਵਾਲਿਆਂ ਨੂੰ ਗੱਲਬਾਤ ਕਰਨੀ ਚਾਹੁੰਦੇ? ਬਾਈ ਜੀ
ਮੈਂ ਇੱਕ ਗੱਲ ਕਹਿਣਾ ਕਿ ਜਿੱਥੇ ਹਰਜੀਤ ਗਿੱਲ ਬਾਈ ਵਰਗਿਆਂ ਨੇ ਉਹਨਾਂ ਦਾ ਪੀਠਾ ਮੇਰੇ ਛਾਨਣ ਦੇ ਵੱਸ ਦੀ ਗੱਲ ਨਹੀਂ। ਉਹ ਤੁਹਾਨੂੰ ਮੈਂ ਇੱਕ ਗੱਲ ਦੱਸਦਾ, ਤੁਸੀਂ ਹੁਣ ਤੋਂ ਮੈਨੂੰ ਲੱਗਦਾ ਵੀ 20 ਮਿੰਟ ਪਹਿਲਾਂ ਕਿਹਾ ਹੋਣਾ ਕਿ ਮਨਦੀਪ ਨੇ ਰੇਡੀਓ ਤੇ ਆਉਣਾ, ਤੇ ਮੇਰੇ ਫੇਸਬੁੱਕ ਵਾਲੇ ਇਨਬਾਕਸ ਤਾੜ ਮੈਸੇਜ ਡਿੱਗਣ ਲੱਗ ਗਏ ਵੀ ਬਾਈ ਸੁਣਾਂਗੇ। ਇਹਨੂੰ ਤੁਸੀਂ ਕਹਿ ਸਕਦੇ ਹੋ ਕਿ ਇੱਕ ਪ੍ਰੋਗਰਾਮ ਦੀ ਜਿਹੜੀ ਸਫਲਤਾ ਦੀ ਨਿਸ਼ਾਨੀ ਇਹ ਹੁੰਦੀ ਹੈ। ਤੇ ਮੈਂ ਆਪਣੇ ਆਪ ਨੂੰ ਮਾਣ ਮਹਿਸੂਸ ਕਰਦਾ ਕਿ ਅੱਜ ਮੈਂ ਇਸ ਪਲੇਟਫਾਰਮ ਤੇ ਆਇਆ, ਤੇ ਜਿੰਨੇ ਵੀ ਤੁਹਾਡੇ ਨਾਲ ਸੂਝਵਾਨ ਸਰੋਤੇ ਜੁੜੇ ਹੋਏ ਆ ਉਹਨਾਂ ਨੂੰ ਪਤਾ ਕਿ ਇਸ ਪਲੇਟਫਾਰਮ ਤੋਂ ਸਾਨੂੰ ਕੀ ਮਿਲਣਾ, ਤੇ ਤੁਸੀਂ ਜੋ ਉਹਨਾਂ ਲੋਕਾਂ ਦੀ ਝੋਲੀ ਪਾ ਰਹੇ ਹੋ ਉਹ ਬਹੁਤ ਹੀ ਵੱਡੀਆਂ ਗੱਲਾਂ, ਬਹੁਤ ਹੀ ਮੱਤ ਭਰੀਆਂ ਗੱਲਾਂ ਤੁਸੀਂ ਜਿਹੜੀਆਂ ਦਿੰਦੇ ਹੋ, ਉਹਦੇ ਲਈ ਤਾਂ ਮੇਰੇ ਕੋਲ ਸ਼ਬਦ ਹੀ ਕੋਈ ਨਹੀਂ। ਜੀ ਜਿਉਂਦੇ ਵਸਦੇ ਰਹੋ, ਤੇ ਬੜਾ ਨਿੱਘ ਮਿਲਦਾ ਗੱਲਬਾਤ ਤੁਹਾਡੇ ਨਾਲ ਕਰਕੇ ਸਦਾ ਹੀ। ਤੇ ਬਾਈ ਆਪਣਾ ਬਾਬਾ ਬੋੜ ਹੈ ਜਿਹਦੇ ਨਾਲ ਆਪਾਂ ਲਮਕੇ ਹੋਏ, ਇੱਕ ਬੰਨੇ ਤੁਸੀਂ ਤੇ ਇੱਕ ਬੰਨੇ ਦਾੜਾ ਨਾਲ ਮੈਂ ਲਮਕੇ ਹੋਏ, ਉਹਦੀਆਂ ਗੱਲਾਂ ਬਾਤਾਂ ਸੁਣ ਕੇ ਨਾਲ ਰਹੀਦੀਆਂ ਨੇ ਲੋਕਾਂ ਨੂੰ। ਤੇ ਰੱਬ ਉਸ ਨੂੰ ਬਾਬਾ ਕਹਿ ਕੇ ਤਾਂ ਹੀ ਯੂਰਪ ਦੇ ਵਿੱਚ ਬਾਬਾ ਜੀ ਕਹਿ ਕੇ ਬਾਈ ਜੱਗੀ ਕਿਸੇ ਨੂੰ ਲੋਕ ਯਾਦ ਕਰਦੇ ਆ, ਤੇ ਆਪਾਂ ਉੱਥੋਂ ਹੀ ਵਾਲੇ ਆਪਣੀਆਂ ਟਾਹਣੀਆਂ ਬਣੀਆਂ। ਤੇ ਗੁਰੂ ਪਾਤਸ਼ਾਹ ਕਿਰਪਾ ਕਰੇ ਤੁਸੀਂ ਚੜ੍ਹਦੀ ਕਲਾ 'ਚ ਰਹੋ, ਤੇ ਸਬੱਬ ਮਿਲਿਆ ਕਿਸੇ ਦਿਨ ਗੇੜਾ ਲੱਗੂਗਾ ਤੇ ਫਿਰ ਸਕਾਟਲੈਂਡ ਵੀ ਤੁਹਾਡੇ ਨਾਲ ਘੁੰਮਾ ਫਿਰਾਂਗੇ ਤੇ ਤੁਹਾਨੂੰ ਬਿਲਕੁਲ ਬਾਈ ਜੀ। ਮੈਂ ਪਹਿਲਾਂ ਤੁਹਾਡੇ ਇੱਥੇ ਆਪਣੇ ਜਿਹੜੀ ਜੂਨ ਮਹੀਨੇ ਇੱਕ ਵਰਲਡ ਕਾਨਫਰੰਸ ਹੋਣੀ ਸੀ ਨਾ, ਪੰਜਾਬੀ ਕਾਨਫਰੰਸ, ਤੇ ਉਸ ਟੀਮ ਵੱਲੋਂ ਮੈਨੂੰ ਜ਼ਿੰਮੇਵਾਰੀ ਸੌਂਪੀ ਗਈ ਸੀ ਕਿ ਤੂੰ ਯੂਕੇ ਦਾ ਕੋਆਰਡੀਨੇਟਰ ਤੂੰ ਆ, ਵੀ ਜਿਹਨੇ ਕਿਸੇ ਨੇ ਆਉਣਾ ਉਹ ਤੇਰੇ ਯਾਨੀ ਕਿ ਕਹਿ ਲਓ ਕਿ ਨਾਲ ਸੰਪਰਕ ਕਰਕੇ ਆਉਣਗੇ। ਪਰ ਕਰੋਨਾ ਕਰਕੇ ਇਹੋ ਜਿਹਾ ਮਾਹੌਲ ਬਣ ਗਿਆ, ਨਹੀਂ ਤਾਂ ਤੁਹਾਨੂੰ ਅੱਜ ਜੂਨ ਮਹੀਨੇ ਤੁਹਾਡੇ ਦਰਸ਼ਨ ਕਰਨ ਆਉਣਾ ਸੀ। ਮੈਂ ਉਦੋਂ ਮਿਥਿਆ ਵੀ ਇਹ ਸੀ ਕਿ 19 ਕੁ ਦਿਨ ਕੱਢ ਕੇ ਜਾਵਾਂਗੇ, ਬੇਸ਼ੱਕ ਦੂਰ ਦਰਾਡੇ ਵੀ ਜਾਣਾ ਪੈ ਗਿਆ ਤੇ ਦੋਸਤਾਂ ਮਿੱਤਰਾਂ ਨੂੰ ਜ਼ਰੂਰ ਮਿਲ ਕੇ ਆਵਾਂਗੇ। ਪਰ ਦੇਖੋ ਕੋਈ ਨਹੀਂ, ਮਾਹੌਲ ਸਦਾ ਇੱਕੋ ਜਿਹੇ ਨਹੀਂ ਰਹਿੰਦੇ ਹੁੰਦੇ, ਜਦੋਂ ਹੀ ਸਾਜ਼ਗਾਰ ਹੁੰਦੇ ਆ ਮਿਲਾਂਗੇ, ਜ਼ਰੂਰ ਦਰਸ਼ਨ ਕਰਾਂਗੇ ਤੁਹਾਡੇ। ਤੇ ਇੰਨਾ ਕਹਿੰਦਾ ਹੈ ਬਾਈ ਜੀ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਤੁਹਾਡੇ ਸਾਹਮਣੇ। ਮਨਦੀਪ ਖੁਰਮੀ ਹਿੰਮਤਪੁਰਾ ਗੱਲਬਾਤ ਕਰ ਰਹੇ ਸੀ। 5 ਦਰਿਆ ਉਹਨਾਂ ਦੀ ਵੈਬਸਾਈਟ ਹੈ, ਪਲੀਜ਼ ਉੱਥੇ ਜਾਇਆ ਕਰੋ, ਥੋੜਾ ਜਿਹਾ ਵੇਖਿਆ ਕਰੋ। ਬਾਈ ਵਧੀਆ ਲਿਖਦਾ, ਹੱਕ ਸੱਚ ਤੇ ਪਹਿਰਾ ਦਿੰਦਾ, ਤੇ ਉਹਦੇ ਤੇ ਬਹੁਤ ਪਿਛਾਵੀ ਵੈਬਸਾਈਟ ਹੈ। ਬਾਕੀ ਵੀ ਤੁਸੀਂ ਉਹਨਾਂ ਨੂੰ ਜਿਹੜਾ ਉਹ ਵੇਖ ਸਕਦੇ ਹੋ, ਹੋਰ ਭਾਸ਼ਾ ਵਾਲੇ ਵੀ ਉਹਨੂੰ ਪੜ੍ਹ ਸਕਦੇ। ਹੁਣੇ ਵਾਪਸ ਆਉਣਾ ਤੇ ਅੱਜ ਮਹਾਨ ਸ਼ਹੀਦ ਭਾਈ ਬਲਵੰਤ ਸਿੰਘ ਜੀ ਦੀ ਗੱਲਬਾਤ ਆਪਾਂ ਕਰਨੀ ਹੈ। ਸ਼ਹੀਦ ਬਹੁਤ ਹੋਏ ਗਦਰੀ ਯੋਧੇ ਇੱਥੋਂ ਗਏ, ਤੇ ਪਰ ਭਾਈ ਸਾਹਿਬ ਭਾਈ ਬਲਵੰਤ ਸਿੰਘ ਖੁਰਦਪੁਰ ਉਹਨਾਂ ਨੇ ਕੁਝ ਖਾਸ ਜਿਹੜੀਆਂ ਗੱਲਾਂ ਕੀਤੀਆਂ ਜਿਹਦੇ ਕਰਕੇ ਸਾਨੂੰ ਇਸ ਧਰਤ ਤੇ ਮਾਣ ਆ, ਜਿਹਦੇ ਕਰਕੇ ਅਸੀਂ ਬਸੇ ਹੋਇਆ। ਤੇ ਨਾਲ ਨਾਲ ਇਜ਼ਹਾਰ ਵੀ ਮੈਂ ਇਸ ਦੁੱਖ ਦਾ ਕਰਨਾ ਕਿ ਸਾਡੇ ਚੇਤਿਆਂ ਚੋਂ ਬੰਦੇ ਵਿਸਰ ਗਏ 100 ਸਾਲਾਂ 'ਚ। ਇਸ ਪਿਰਤ ਨੂੰ ਵੇਖ ਕੇ ਹੀ ਪੰਜਾਬ ਦੇ ਕਿਸੇ ਵੀ ਸੰਘਰਸ਼ ਦੇ ਵਿੱਚ ਜਦ ਕੋਈ ਸਿਰ ਪਾਉਣ ਲੱਗਦਾ ਹੈ, ਨਾਲ ਦੇ ਗੁੱਟੋਂ ਫੜ ਕੇ ਖੜਾ ਲੈਂਦੇ, ਉਹ ਕਹਿੰਦਾ ਰਹਿਣ ਦੇ, ਇੱਥੇ ਤਾਂ ਹਫ਼ਤੇ 10 ਦਿਨ ਲੋਕ ਭੁੱਲ ਜਾਂਦੇ। ਇਹ ਨਹੀਂ, ਸਾਰੇ ਨਹੀਂ ਭੁੱਲਦੇ, ਪਰ ਜ਼ਿੰਦਗੀ ਇਹ ਹੋ ਗਈ। ਆਪਣੀ ਕੌਮ ਕੱਲੀ ਨਹੀਂ, ਸਾਰੀਆਂ ਕੌਮਾਂ 'ਚ ਇਸ ਤਰ੍ਹਾਂ ਜਿਹੜਾ ਲੰਘ ਗਿਆ, ਜਿਹੜਾ ਰਹਿ ਗਿਆ। ਜ਼ਿੰਦਗੀ ਇੰਨੀ ਤੇਜ਼ ਹੋ ਗਈ, ਉਸ ਤੇਜ਼ ਜ਼ਿੰਦਗੀ ਦਾ ਮੁਲਾਂਕਣ ਨਾਲ ਸ਼ਹੀਦੀ ਭਾਈ ਸਾਹਿਬ ਭਾਈ ਬਲਵੰਤ ਸਿੰਘ ਖੁਰਦਪੁਰ ਦੀ, ਤੇ ਅੱਜ ਦੀ ਜਿਹੜੀ ਵਸੋਂ ਸਾਡੀ ਅੱਜ ਕਿੱਥੇ ਬੈਠੀ ਹੈ, ਇਹ ਅੱਜ ਮੈਂ ਸ਼ੁਰੂ ਕਰਨੀ ਗੱਲ। ਵਪਾਰਕ ਸੰਦੇਸ਼ਾਂ ਤੋਂ ਬਾਅਦ ਭਾਈ ਸਾਹਿਬ ਭਾਈ ਬਲਵੰਤ ਸਿੰਘ ਖੁਰਦਪੁਰ 1882 ਤੋਂ 1918 36 ਵਰੇ ਨੇ, ਤੇ ਜਿਹੜੀਆਂ ਪੈੜਾਂ ਯੋਧੇ ਦੀਆਂ ਨੇ ਹਲੇ ਵੀ ਪਤਾ ਲੱਗਦਾ ਹੋਊਗਾ, ਚਾਹੇ ਲੰਡਨ 'ਚ ਬੋਲੇ, ਚਾਹੇ ਸ਼ਿਮਲੇ ਬੋਲੇ, ਚਾਹੇ ਇਸ ਧਰਤ ਤੇ ਰਹੇ ਜਾਂ ਮਿਲਟਰੀ 'ਚ ਰਹੇ। ਆਦਮਪੁਰ ਦੇ ਨਾਲ ਬਿਲਕੁਲ ਹੀ ਰਾਮਾ ਮੰਡੀ ਤੋਂ ਨਿਕਲੀ ਸੜਕ ਹੁਸ਼ਿਆਰਪੁਰ ਨੂੰ ਜਾਂਦੇ ਆ, ਆਦਮਪੁਰ ਦੇ ਬਿਲਕੁਲ ਨਾਲ ਪੈਂਦਾ ਖੁਰਦਪੁਰ, ਜਿੱਥੇ ਇੱਕ ਬਹੁਤ ਵਧੀਆ ਜ਼ਿਮੀਂਦਾਰ ਪਿੰਡੂ ਘਰਾਣੇ ਦੇ ਵਿੱਚ 1882 ਨੂੰ ਜਨਮ ਹੋਇਆ, ਸਤੰਬਰ ਦੇ ਵਿੱਚ 14 ਸਤੰਬਰ। 13 ਸਾਲ ਦੀ ਉਮਰ ਤੱਕ ਮਿਡਲ ਸਕੂਲ 'ਚ ਪੜ੍ਹੇ, ਉਹਦੇ ਬਾਅਦ ਫੌਜ 'ਚ ਭਰਤੀ ਹੋ ਗਏ। ਫੌਜ ਦੇ ਵਿੱਚ ਤਰੱਕੀ ਬਹੁਤ ਕੀਤੀ, ਮਤਲਬ ਤੁਸੀਂ ਜੇ
देखते हो फौज का उन्होंने पहले फौजी सी जिन्होंने छेती तो छेती तरक्कियां मिलियां। अंग्रेजी भाषा ते बहुत पकड़ सी। 23 साल की उम्र दे विच नौकरी छड्डती। मन दे विच आया भी नहीं यार बस कोई ना कोई मन दे विच जिहड़ा कहंदे जीवन सी बहुत चढ़दी कला गुरु के चरणों के नेड़े रह के। यही दुख है जब यह जे योधियां नूं धर्म तो परां करके ना उन्होंने पाण चाढ़ दिया राष्ट्रवाद दी। हुण पिंडां चों खेती करते आए बाबे चाहे स्टॉकटन चाहे वैनकूवर दे विच उन्होंने की पता कित्थे जोड़ी जांदा कोई। और इहदे दूजी राय नहीं है कोई भी वो देश नूं आजाद कराउण गए। पर जब उन्होंने ये कहना भी ना ये सिख नहीं सी राष्ट्रवादी पहलां सी उस गल का दुख है। लिखण वालियां ने भी पूरी नलायकी की। मन का कोड़ उन्होंने फुटिया क्योंकि जिन्हां दी विचारधारा उस धर्म के नाल नहीं उन्होंने फिर उस तरह ही लिखता। लिखिया भी उन्होंने नहीं है। ये तो हुण सिद्धी थोड़ी जी पई जस मेर सिंह होणां ने लिखी गदरी बाबे कौन सी पहला तो जिहड़ा कुछ होया होया। सो 23 साल की उम्र दे विच नौकरी छड्डती ते अगले साल जिहड़े कनेडा च दे प्रवासी बन गए। पहली उन्होंने पत्नी चढ़ाई कर गई, दूसरा विआह कर रहा ते फौज की नौकरी के दौरान भी ते बाद च भी संत करम सिंह होनी एक गुरसिख पुरुष सन उन्होंने प्रभाव च आउंदे आ कनेडा आए। ते ये मैकलवी एक 24 साल का पत्रकार जो वैनकूवर कामागाटा मारू का समकाली लिखता है वो कहता भी सोहना सडौल शरीर अंग्रेजी बोलने च निपुण ज्ञानवान बहुत ही मुलायम ते खुले दाड़े वाला पुरुष शहीद भाई बलवंत सिंह खुरदपुर। जद आए 1906 दे विच हुण सोचियो सी तुसीं ये तां 20 साल पहला आया बंदे 25 साल पहला आए महल छत के बैठे लोग सारा कुछ बना रहे जिहड़े 115 साल पहला इस धरती ते आए होण जिन्हां दे परिवार दे विच पहला जवाक इस धरती ते प्रवासियों का पहला सिख जवाक पैदा होया होवे वो परिवारां ने अज कित्थे होना सी। और वो पढ़े लिखे जिन्होंने अंग्रेजी बोलनी आउंदी सी वो अज वैनकूवर दे कित्थे कित्थे किहड़े किहड़े हिस्से दे मालक हुंदे अज। ये तो 30 साल पहला 35 साल पहला जब हजारां दे विच घर मिलते सी उन्होंने जिहड़े लै लए अज नेड़े नहीं लगण दिंदे किसे ने। जिहड़े पहला आ गए पहला ही ने पिछों वाले पिछों ही ने। ते इत्थे आके सब तो पहला कहंदे काम ये कीता भी पहला कोई घर किराए ते लैके सिमरन शुरू करी। देखदे ही जिहड़ा जद गुरुद्वारा साहब बना दिता ते जिहड़ा सैकंड स्ट्रीट वाला सैकंड एवेन्यू वाला गुरुद्वारा उहदे पहले गुरु दे वजीर बने भाई साहब भाई बलवंत सिंह जी खुरदपुर। ते भाई साहब भाई भाग सिंह भिखी विंड नाल बहुत प्यार सी दोनों का इकट्ठियां ने अमृतपान की। ਉਹਦੇ ਵਿੱਚ बस आही इसे कम देखो तुसी रूहां की गल बई सहजे उन्होंने फोटो भी है जिहड़ी लगी हुई तुसी देखोगे नाल ਸਿੰਘਣੀ है ते कोट पैंट पाया चिट्टा दस्तार है बच्चे ने 3 2 ਧੀਆਂ ते एक पुत है। ते जद ਉਹ ਇੱਥੇ आए ਤਾਂ पहुंच गए। ਉਹਦੇ बाद 1908 ਦੇ ਵਿੱਚ जद मुढ़ बन के गुरुद्वारा साहब बन के बस फिर गल चल पई बई हुण देश नूं आजाद ते कौम ये मन दे विच जिहड़ा संकल्प एक लै लिया उहने सिरे लाती गल। उस दिनां दे विच ही हॉपकिंसन वर्गे जिहड़े भेड़िए जिहड़े मुखबर ते टाउट जिहड़े मुक्के नहीं हले जिहड़े कंटीन्यू चलदे ने मिलगोबा जिहड़ा उन्होंने काम शुरू कर कहते हंडोरस नूं भेजो। हंडोरस तुहानूं पता है सारिआं नूं कि छोटा जिहा एक टापू नुमा लैटिन अमेरिका दे विच सिखां नूं उस समय संत तेजा सिंह होना ने बहुत काम किया। नाल ही भाई साहब भाई बलवंत सिंह खुरदपुर होनी नाल सी। अच्छा फिर 10 तो लैके 12 तक 2 साल सिंह साहब गैर हाजिर रहे। उस दौरान की किया उन्होंने वो परिवार नूं लैण चले गए अपने परिवार नूं लैण चले गए। तो जब परिवार उन्होंने पहुंचे उन्होंने पत्नी बीबी करतार कौर ते 2 पुत्रियां सी निरंजन कौर
ਤੇ ਊਧਮ ਕੌਰ। ਉਹ ਕਹਿੰਦੇ ਅਸੀਂ ਨਹੀਂ ਤੁਹਾਨੂੰ ਉਤਰਨ ਦੇ ਇੱਥੇ, ਤੁਸੀਂ ਕਿੱਧਰ ਨੂੰ ਲੈ ਆਏ ਇਹ ਜਵਾਕ ਜੱਲਾ ਇੱਥੇ। ਉਹ ਕੇਸ ਜਿੱਤਿਆ, ਨਾਲ ਇਹ ਭਾਈ ਭਾਗ ਸਿੰਘ ਭਿੱਖੀਵਿੰਡ ਦਾ ਪਰਿਵਾਰ ਸੀ। ਸੋ ਪਹਿਲੇ ਸਿੱਖ ਜੇ ਪਰਿਵਾਰ ਇੱਥੇ ਆਏ, ਜਿਹੜੇ ਕਿਸੇ ਦੇ ਬੱਚੇ ਆਏ, ਉਹ ਭਾਈ ਸਾਹਿਬ ਭਾਈ ਬਲਵੰਤ ਸਿੰਘ ਖੁਰਦਪੁਰ ਉਹਨਾਂ ਨੇ ਜਿਹੜਾ ਰਾਹ ਸਾਡੇ ਲਈ ਖੋਲਿਆ। 1912 ਦੇ ਵਿੱਚ ਜਵਾਕ ਆਏ, 2 ਸਾਲ ਖੱਜਲ ਖੁਆਰੀ, ਕੀ ਪਤਾ ਕੀ ਕੁਛ ਹੋਇਆ। ਤੇ ਫਿਰ ਪਹਿਲਾ ਜਿਹੜਾ ਸਿੱਖ ਇਮੀਗ੍ਰੈਂਟ ਪਰਿਵਾਰ ਦੇ ਵਿੱਚ ਪਹਿਲਾ ਬੱਚਾ ਪੈਦਾ ਹੋਇਆ ਭਾਈ ਸਾਹਿਬ ਭਾਈ ਬਲਵੰਤ ਸਿੰਘ ਖੁਰਦਪੁਰ ਦੇ ਘਰੇ ਪੈਦਾ ਹੋਇਆ, ਕੈਨੇਡਾ ਦੀ ਧਰਤੀ ਤੇ। ਪਹਿਲਾ ਬਾਲ ਜਿਹੜਾ ਪਹਿਲਾ ਜਵਾਕ ਇੱਥੇ ਪੈਦਾ ਹੋਇਆ ਹਰਦਿਆਲ ਸਿੰਘ। ਤੇ ਬਹੁਤ ਮਨ ਦੇ ਵਿੱਚ ਉਹਨਾਂ ਦੇ ਦੁੱਖ ਸੀ ਵੀ ਯਾਰ ਇਹ ਸੇਮ ਹੀ ਦੇਸ਼ ਆ, ਸਾਡੇ ਦੇਸ਼ ਤੇ ਵੀ ਰਾਜ ਇਸੇ ਫਰੰਗੀ ਦਾ, ਆਹ ਦੇਸ਼ ਤੇ ਵੀ ਇਸੇ ਫਰੰਗੀ ਦਾ ਰਾਜ ਆ, ਸਾਡੇ ਮੂੰਹ ਚਿਹਰਿਆਂ ਕਰਕੇ ਉੱਥੇ ਸਾਨੂੰ ਨਵਾਜਦੇ ਆ, ਉੱਥੇ ਸਾਡੇ ਸਰਕਾਰੇ ਖਾਲਸਾ ਖਤਮ ਕਰ ਲਈ, ਸਾਡੀ ਕੌਮ ਨੂੰ ਖਤਮ ਕਰਨ ਲਈ ਸਾਨੂੰ ਲਿਜਾ ਰਹੇ ਨੇ, ਸਾਡੇ ਪਿੰਡਾਂ ਦੇ ਵਿੱਚ ਸਪੈਦ ਪੋਸ਼ ਜੈਲਦਾਰ ਦੇ ਤੇ ਉਹ ਕਰਕੇ ਉਹਨਾਂ ਤੋਂ ਪਹਿਲੀ ਵਰਲਡ ਵਾਰ ਦੇ ਵਿੱਚ ਸਾਨੂੰ ਭਰਤੀ ਕਰ ਰਹੇ ਨੇ, ਸਾਡੇ ਮੋਢਿਆਂ ਦੇ ਤਮਗੇ ਲਾਉਂਦੇ ਨੇ। ਮੈਂ ਵੀ ਉੱਥੇ ਵੇਖ ਕੇ ਆਇਆ, ਮੈਂ ਉਸ ਫੌਜ 'ਚ ਕੰਮ ਕਰਕੇ ਆਇਆ, ਮੈਨੂੰ ਤਰੱਕੀਆਂ ਮਿਲਦੀਆਂ ਨੇ। ਆਹੀ ਉਹੀ ਕਲੋਨੀ ਦੇ ਵਿੱਚ ਸਾਡੇ ਨਾਲ ਕੀ ਕੀਤਾ ਜਾ ਰਿਹਾ, ਇਹ ਦਫਸਲਾ ਲਾਣਾ ਕੌਣ ਹੈ, ਕਿਉਂ ਕੌਣ ਕਰਾਉਂਦਾ, ਇਹੀ ਗੱਲ ਮਨ 'ਚ ਰਹੀ। ਹੋ ਸਕਦਾ ਹੈ ਮਿਲਟਰੀ ਦੇ ਦੌਰਾਨ, ਕਿਉਂਕਿ ਹੁਣ ਇਹ ਤਾਂ ਪਤਾ ਨਹੀਂ, ਉਹ ਦੱਸ ਨਹੀਂ ਸਕਦੇ, ਕੁਛ ਦਸਤਾਵੇਜ਼ ਨਾਲ ਹੋਇਆ ਹੋ, ਉੱਥੇ ਕੁਛ ਨਾ ਕੁਛ ਹੋਇਆ ਹੋ। ਤੇ ਉਹਨਾਂ ਦਿਨਾਂ 'ਚ ਗਦਰ ਪਾਰਟੀ ਦਾ ਮੁੱਢ ਬੰਨ੍ਹਿਆ ਰਿਹਾ ਸੀ। ਬਾਬਾ ਵਿਸਾਖਾ ਸਿੰਘ ਦਦੇਹੇ ਵਰਗੇ, ਬਾਬੇ ਪਕਨੇ ਵਰਗੇ ਤੇ ਯੋਧਾ ਸਰਾਭਾ ਉਸ ਸਮੇਂ ਸਟਾਕਟਨ ਦੀ ਧਰਤੀ ਤੇ ਉੱਥੇ ਫਿਰ ਰਹੇ ਸੀ। ਤੇ ਇੱਥੇ ਭਾਈ ਸਾਹਿਬ ਭਾਈ ਬਲਵੰਤ ਸਿੰਘ, ਭਾਈ ਸਾਹਿਬ ਭਾਈ ਭਾਗ ਸਿੰਘ, ਭਾਈ ਸਾਹਿਬ ਭਾਈ ਬਰਨ ਸਿੰਘ, ਭਾਈ ਸਾਹਿਬ ਭਾਈ ਮੇਵਾ ਸਿੰਘ ਲੋਪੋਂ ਕੇ ਯੋਧੇ ਇਸ ਧਰਤ ਨੂੰ ਜਿਹੜਾ ਆਪਣੇ ਚਰਨਾਂ ਦੇ ਨਾਲ ਇਸ ਖਾਕ ਨੂੰ ਵੜਿਆ ਰਹੇ ਸੀ। ਖਾਕ ਨਹੀਂ ਉਹਨਾਂ ਨੂੰ ਵੜਿਆ ਰਹੀ ਸੀ, ਖਾਕ ਨੂੰ ਉਹ ਵੜਿਆ ਰਹੇ ਸੀ। ਅਜੇ ਯੁੱਗ ਪੁਰਸ਼ ਸਾਡੀ ਕੌਮ ਦੇ ਆਏ ਇਸ ਧਰਤ ਤੇ। ਆਏ ਕਿਹੜੀ ਗੱਲੋਂ? ਇਸੇ ਕਰਕੇ ਵੀ ਯਾਰ ਆਹ ਵੀ ਕਲੋਨੀ ਆ, ਉਹ ਵੀ ਕਲੋਨੀ ਆ, ਜਿੱਥੇ ਮਰਜ਼ੀ ਵਸ ਜਾਓ ਜਾ ਕੇ। ਇਹਦੇ ਕਰਕੇ ਧੁੱਚ ਲੜਾਈ ਵੀ ਸਿੱਧਾ ਛਿਪ ਆਉਣਾ ਨਹੀਂ ਕੋਈ, ਇਹਦੇ ਇਹੀ ਕੰਮ ਘਾਟਾ ਮਾਰੂਦੇ। ਹਪਕਿੰਸਨ ਵਰਗੇ ਗਦਾਰਾਂ ਨੇ, ਦਫਸਲਿਆਂ ਨੇ ਜਦ ਵੀ ਦੁੱਖ ਦਿੱਤਾ, ਅੱਜ ਵੀ ਦੁੱਖ ਦਿੱਤਾ, 30 ਸਾਲ 20 ਸਾਲ 25 ਸਾਲ ਪਹਿਲਾਂ ਵਕਤ ਸੰਘਰਸ਼ 'ਚ ਵੀ ਦੁੱਖ ਦਿੱਤਾ। ਇਹੀ ਕਾਰਨ ਹੈ ਇੱਥੇ ਜਿਨ੍ਹਾਂ ਕੋਲ ਕਰਮਾ ਆ ਗਏ, ਜਿਨ੍ਹਾਂ ਕੋਲ ਹਰੀ ਸ਼ਾਹੀ ਵਾਲੇ ਪੈਨ ਆ ਗਏ, ਉਹ ਮੇਵਾ ਸਿੰਘ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਨੂੰ ਸ਼ਹੀਦ ਨਹੀਂ ਅੱਜ ਤੱਕ ਕਹਿੰਦੇ, ਖੱਟਾ ਖਾਂਦੇ ਉਹਨਾਂ ਦੀ ਖੱਟੀ ਹੈ। ਆ ਵੀ ਭਾਈ ਸਾਹਿਬ ਭਾਈ ਖੁਰਦਪੁਰ ਉਹਨਾਂ ਨੂੰ ਕਿਤੇ ਨਾਂ ਨਹੀਂ ਇਹਨਾਂ ਯੋਧਿਆਂ ਦਾ ਭਾਰਤ ਦੇ ਕਿਸੇ ਵੀ, ਕਿਉਂਕਿ ਰਾਸ਼ਟਰਵਾਦੀ ਨਹੀਂ ਨਾ ਬਣੇ। ਉੱਥੇ ਲਾਲਾ ਲਾਜਪਤ ਰਾਏ, ਆਰੀਆ ਸਮਾਜੀ, ਜਿਨ੍ਹਾਂ ਨੇ ਖਾ ਕੇ ਪੰਜਾਬ ਦੇ ਨਾਲ ਹੀ ਦਗਾ ਕੀਤਾ, ਉਹਨਾਂ ਦੇ ਨਾਂ ਦੀਆਂ ਗੱਲਾਂ ਚੱਲਦੀਆਂ, ਉਹ ਇੱਥੇ ਵੀ ਚੱਲਦੀਆਂ। ਇਹਨਾਂ ਦੀ ਗੱਲ ਆ 2-4 ਸਾਲਾਂ ਤੋਂ ਹੁਣ ਕੁਛ ਗੱਲ ਚੱਲੀ, ਹੁਣ ਕਹਿੰਦੇ ਮੂੰਹ ਮਲੰਮਾ ਕਰਨਾ ਪੈਣਾ, ਪਰ ਕੰਮ ਨਹੀਂ ਕੀਤਾ ਕਿਸੇ। ਕੀ ਫਾਇਦਾ ਮੰਚਾਂ ਦਾ, ਕੀ ਫਾਇਦਾ ਅਖਬਾਰਾਂ ਦਾ, ਜੇ ਤੁਸੀਂ ਜਦ ਤੁਸੀਂ ਜ਼ੋਰ ਫੜ ਕੇ ਤੇ ਤੁਸੀਂ ਆਪਣੇ ਸ਼ਹੀਦਾਂ ਬਾਰੇ ਨਾ ਲਿਖ ਸਕੋ। ਕਰਾਂਗੇ ਕੀ ਕਰਾਂਗੇ ਇਹਨਾਂ ਮਾਈਕਾਂ ਨੂੰ ਤੇ ਇਹਨਾਂ ਅਖਬਾਰਾਂ ਨੂੰ, ਜਿਨ੍ਹਾਂ ਨੇ ਸਾਡੀ ਗੱਲ ਨਹੀਂ ਅਸੀਂ ਯੋਧਿਆਂ ਨੇ, ਕਿ ਜਿਨ੍ਹਾਂ ਕਰਕੇ ਅੱਜ ਬੈਠਾ ਮੇਰੇ ਵਰਗਾ ਪਾ ਕੇ ਗੱਲ 'ਚ ਬੈਗ, ਜਿਹੜਾ ਦਿੱਲੀ ਨਹੀਂ ਗਿਆ, ਸਿੱਧਾ ਵੈਨਕੂਵਰ ਉਤਰਨਾ, ਅਗਲਾ ਕਿਵੇਂ ਆ ਕੇ ਕਹਿੰਦਾ ਲੈ ਭੈਣ ਸਾਡੀ ਕੁੜੀ ਨੇ ਸੱਦਿਆ ਸਾਨੂੰ ਪੈਸਿਆ। ਛੋਟੀ ਜਿਹੀ ਡਿਗਰੀ ਡਿਪਲੋਮਾ ਕਰਕੇ ਅਗਲਾ ਮੇਰੇ ਵਰਗਾ ਕਹਿੰਦਾ ਪੁਆਇੰਟ ਸਿਸਟਮ ਤੇ ਆਇਆ। ਰਾਹ ਕਿਹਨੇ ਬਣਾਏ? ਕੰਡਿਆਂ ਦੇ ਵਿੱਚ ਦੀ ਲੰਘੇ ਕੌਣ? ਜਿਨ੍ਹਾਂ ਦੇ ਸੂਲਾਂ ਖੁੱਬੀਆਂ ਸਰੀਰ ਦੇ ਵਿੱਚ, ਉਹ ਇਹ ਯੋਧੇ ਸੀ ਜਿਨ੍ਹਾਂ ਨੇ ਆਪਾ ਮਾਰਿਆ। ਪਰਿਵਾਰਾਂ ਨੂੰ ਲਿਆਉਣ ਦੀ ਪਿਰਤ ਭਾਈ ਸਾਹਿਬ ਭਾਈ ਖੁਰਦਪੁਰ ਨੇ ਪਾਈ। ਪਹਿਲਾ ਬੱਚਾ ਜਿਹੜਾ ਪੈਦਾ ਹੋਇਆ ਉਹ ਸਰਦਾਰ ਖੁਰਦਪੁਰ ਦੇ ਘਰੇ ਪੈਦਾ ਹੋਇਆ। ਇੱਥੋਂ ਫਿਰ ਜਦ ਦੇਖਿਆ ਵੀ ਵਿਰੋਧ ਹਟਦੇ ਨਹੀਂ, ਇੱਥੋਂ ਡੈਪੂਟੇਸ਼ਨ ਗਿਆ ਇੱਕ 1913 'ਚ, ਪਹਿਲਾਂ ਲੰਡਨ ਗਿਆ ਤੇ ਫਿਰ ਉਹ ਭਾਰਤ ਗਿਆ। ਲੰਡਨ ਵੀ ਜਾ ਕੇ ਕਿਹਾ ਵੀ ਧੱਕਾ ਕਰਦੇ ਹੋ ਤੁਸੀਂ ਇੱਕ ਸੱਪ ਹੋ, ਗੁਲਾਮੀ। ਇਹ ਸੱਪ ਆ ਜਿਹੜਾ ਕੰਡਿਆਂ ਦੇ ਉੱਪਰ ਇਹਦੀ ਸਿਰੀ ਫੀਣੀ ਪੈਣੀ ਆ, ਸਿੱਧੇ ਸ਼ਬਦ ਲੰਡਨ ਦੇ ਵਿੱਚ ਬੋਲੇ। ਅੰਗਰੇਜ਼ ਸਾਮਰਾਜ ਦਾ ਅਸਲ ਲੰਡਨ 'ਚ ਜਾ ਕੇ ਗੱਲ ਕੀਤੀ, ਤੁਸੀਂ ਕਰਦੇ ਕੀ ਹੋ? ਇੱਥੇ ਸਾਨੂੰ ਵੜਿਆਉਂਦੇ ਹੋ, ਆ ਜਾਓ ਬਰਮਾ 'ਚ, ਉੱਥੇ ਮਾਰ ਦਿਆਂਗੇ, ਇੱਥੇ ਮਾਰ ਦਿਆਂਗੇ, ਕਰ ਲਓ ਭਰਤੀ, ਆਹ ਬਣਾ ਦਿਆਂਗੇ, ਉਹ ਬਣਾ ਦਿਆਂਗੇ। ਤੇ
जिथे असीं वसदे हां थोड़ी कलोनी च जाके उत्थे साडे नाल तुसीं धक्का करदे हो। सो अमरीका तो भी सिख गए ते कनेडा तो भी भाई साहब भाई नारायण सिंह चोपदार गए ते अमरीका तो सरदार सीरा गए, शायद नंद सिंह उन्हां दा नाम सी जे मैं गलत नहीं। फिर लंदन तो लैके भारत के कोने कोने ते जाके जद गल आजादी की कीती, सब तो पहला विरोध उत्थे किहने कीता, जिन्हों अमर शहीद ते शहीद कहने लाले लाजपत राय ने। किरती अखबार दे विच ये चीज कहने लिखी हुई है, ये तो सिखां दा मसला है, साडा नहीं मसला, क्योंकि वो टोडी सी। तुहानूं मैं दस्सिआ ने भद्र पुरुष जिहड़े आए सी, वो भद्र पुरुष जिहड़े इंग्लैंड तो आए सी, जिन्हां ने राष्ट्रवाद का नैशनलिज्म का चोगा पाया हुआ सी, जिन्हां नूं साडे उत्थे डिस्ट्रिक्टां दे स्कूलां दे कॉलेजां दी यूनीवर्सिटी उन्हां नाल ही ला दे होनी सी लाजपत राय। ये भी कहंदे सी क्योंकि उत्थे वो पिट्ठू बने बंगाल दे विच, सिराजुद्दौला जद हारिया इत्थे ये बने। ये सारी आरिया समाजी लॉबी जिहड़ी खास तौर ते पंजाब दी, जिन्हां ने हर वक्त सिखां दे खिलाफ गल कीती, वो अंग्रेजां दे नेड़े सी। लाला लाजपत राय नहीं लिखता है कहंदे कि उन्हें विरोध किया भाई साहब भाई खुरदपुर का, तो कहना ना ये नहीं गल है। ताही किते नौ किते गल, ताही गदरी योधियां दी वो सारी गल जिहड़ी ना हुई। उसे समय उसे लैन च लाला लाजपत राय होनी सी, सुंदर सिंह मजीठी होनी, अरूर सिंह होनी, गुरबख्श सिंह वर्गे, ये सारे जिहड़े चीफ खालसा दीवान दे विच सी, ओ गिणती सी जिहड़े ओ गल देश आजाद कराउणा चाहुंदे सी, पर वो कहते नहीं तुसीं अंग्रेजां नूं ना कुछ कहो। बस वो अक्सर उत्थे योधियां नूं इह कहंदे। ते उस तो बाद जद जाके यह परिवार है, यह जिहड़ा वफद है जिहड़ा यह मिलिया जाके 18 सितंबर 1913 नूं शिमले च, उस समय का पंजाब का गवर्नर जिहड़ा लैफ्टिनेंट गवर्नर माइकल एडवायर दे जद मूंह ते गल कीती ना सरदार ने, उन्हें अपनी किताब दे विच लिखी है गल खुरदपुर ने, कहना तीजा बंदा सी बलवंत सिंह खुरदपुर, खतरनाक बागी अर्गे उहदे तेवर सी ते वो कायम सी बहुत। वायसराय नूं जद मिल जाना सी ते उहनूं खास उन्हें सुनेहा भेजा भी 3 नंबर दे सावधानी बरतिओ, बहुत कायम है बंदा है। ते वायसराय लॉर्ड हार्डिंग नूं जद दस्सिआ भी की साडे नाल हो रहा, नस्ली वितकरे तेरी कलोनी च हुंदे ने, धक्केशाही हुंदी है। ते आ नहीं एडवायर ने यह इंडिया एज आई न्यू दे विच लिखी गल कि बई ये जिहड़ा बंदा है ये बहुत कायम है। वापस मुड़िया है उन्हां दिनां च कामागाटा मारू जिहड़ा आ गया, कामागाटा मारू दे भी मिले पर जहाज लंघ गया ते उन्हां ते आउण तो पहला आप इत्थे आ गए। इसे दौरान 23 जुलाई 1914 ਨੂੰ अमरीका वाले पास जब हथियार लैन गए भी जे एक जहाज मोड़िया च हथियार ही भेज देंगे, जब भाई साहब भाई मेवा सिंह लोगों के नाल जिहड़े वो फड़े गए, जब जहाज चल गया फिर रिहा की। चंद विश्व जंग शुरू हो गया ते इसे दौरान जिहड़ा जियान बेले ने ते हपकिंसन ने गुरुद्वारे विच भाई भाग सिंह भाई बतन सिंह जिहड़ा भाग सिंह भीखीविंड बहुत जिन्हां नाल प्यार सी भाई साहब भाई खुरदपुर दा, वो शहीद कर। पर 21 अक्तूबर 1914 नूं 5 सितंबर तो बाद 21 अक्तूबर नूं जद शहीद भाई मेवा सिंह विलियम हॉपकिंसन नूं मारिया, जड़ा हिल गईयां राजां दी, जड़ा इस अंग्रेज राज ते भाई साहब भाई बलवंत सिंह खुरदपुर सैन फ्रांसिस्को चले गए। उत्थों जनवरी 1915 दे विच तुरपे ते बैंकॉक पहुंचे, उत्थे बीमार हो गए, उत्थे दी पुलिस ने गिरफ्तार कर ले ते फिर सिंगापुर, फिर कलकत्ते लगे। कलकत्ते बहुत बदनाम है, कलीपुर जेल है, उत्थे साहब ते भाई साहब ते बहुत तशद्दद होए। फिर जुलाई 1916 च पंजाब लै गए, क्योंकि पहला गिणती तो हैगी हो सी, एडवायर नूं भी पता सी, हार्डिंग नूं भी पता सी। उदों वड्डी गल जिहड़ा लंडन दे विच वड्डे हाल च बोल के गए वो भी पता सी। उत्थे जिहड़े टौटा ने जाके गवाही दिती लाहौर जाके, इत्थों बेले जियाण तो बाद उहदे टब्बर टीहिर ने जिहड़ा टाउट गंगा राम, उहदा
ਜਿਹੜਾ ਸਹੋਤਾ, ਅਮਨ ਸਹੋਤਾ, ਮੰਗਲ ਗਿਆਨ, ਬੇਅੰਤ ਸਿੰਘ, ਇਹਨਾਂ ਨੇ ਜਾ ਕੇ ਫਿਰ ਗਵਾਹੀਆਂ ਦਿੱਤੀ। ਫਿਰ ਸ਼ਹੀਦੀ ਜਿਹੜੀ ਅੱਜ ਦੇ ਦਿਨ ਲਾਹੌਰ ਦੇ ਵਿੱਚ 1917 ਦੇ ਵਿੱਚ ਭਾਈ ਸਾਹਿਬ ਭਾਈ ਬਲਵੰਤ ਸਿੰਘ ਖੁਰਦਪੁਰ ਸ਼ਹੀਦ ਹੋ ਗਏ। ਪਰਿਵਾਰ ਰਾਹ 'ਚ ਰਹਿ ਗਿਆ। ਪਰਿਵਾਰ ਜਦ ਫੜਿਆ ਗਿਆ, ਪਰਿਵਾਰ ਰਾਹ 'ਚ ਰਹਿ ਗਿਆ। ਪਰਿਵਾਰ ਕਹਿੰਦੇ ਸ਼ਹੀਦੀ ਤੋਂ ਬਾਅਦ ਪਹੁੰਚਿਆ ਜੇਲ੍ਹ ਦੇ ਵਿੱਚ। ਇਸ ਮਹਾਨ ਯੋਧੇ ਦਾ ਅੱਜ ਸ਼ਹੀਦੀ ਦਿਨ ਹੈ, ਜਿਹਨੇ ਪਿਰਤਾਂ ਪਾਈਆਂ ਇਹ 1912 ਦੇ ਵਿੱਚ 108 ਵਰੇ ਪਹਿਲਾਂ, ਜਿਹਦੇ ਹੀ ਪਾਈ ਹੋਈ ਪਿਰਤ ਦੇ ਵਿੱਚ ਅੱਜ 7 ਲੱਖ 8 ਲੱਖ ਬੰਦਾ ਪੰਜਾਬ ਦਾ ਸਿੱਖ ਜਾਂ ਪੰਜਾਬੀ ਇਸ ਧਰਤ ਤੇ ਵਸਦਾ ਹੈ। ਵਪਾਰਕ ਸੰਦੇਸ਼ਾਂ ਤੋਂ ਬਾਅਦ ਵਾਪਸ ਆ ਕੇ ਗੱਲਬਾਤ ਕਰਦੇ ਹਾਂ। ਤੁਸੀਂ ਵੀ ਸ਼ਾਮ ਸਰ ਕਿਰਪਾਲ ਸਿੰਘ ਲਾਈਨ ਨੰਬਰ 2। ਹਾਂਜੀ ਆਪਣੇ ਬਹੁਤ ਤੁਹਾਡਾ ਧੰਨਵਾਦ ਤੇ ਤੁਸੀਂ ਐਡੇ ਮਹਾਨ ਯੋਧੇ ਦੀ ਗੱਲਬਾਤ ਅੱਜ ਕਰ ਰਹੇ ਆ। ਉਹਦੀਆਂ ਲਾਸਾਨੀ ਜਿਹੜੀਆਂ ਉਹਨਾਂ ਦੇ ਦੇਣ ਹੈਗੀ ਸਾਡੀ ਕੌਮ ਨੂੰ, ਉਹਦੀ ਗੱਲਬਾਤ ਕਰ ਰਹੇ ਆ। ਕੁਝ ਗੱਲਾਂ ਜਦੋਂ ਮੈਂ ਕੈਨੇਡਾ ਆਇਆ, ਮੈਂ 51 ਸਾਲ ਹੋ ਗਏ ਇਹਨੂੰ, ਜਦੋਂ ਮੈਂ ਆ ਕੇ ਉਹਨਾਂ ਬਾਰੇ ਪੜ੍ਹਿਆ, ਪਹਿਲੀ ਤੇ ਗੱਲ ਇਹ ਸੀ ਕਿ ਜਦੋਂ ਉਹ 2nd ਐਵਨਿਊ ਗੁਰਦੁਆਰਾ ਮੈਂ ਆਪ ਅੱਖੀਂ ਦੇਖਿਆ ਤੇ ਉਹਦੇ ਵਿੱਚ ਪ੍ਰੋਗਰਾਮ ਵੀ ਚੱਲਦੇ ਦੇਖੇ, ਤੇ ਜਦੋਂ ਕਹਿੰਦੇ ਉਹ ਆਪਣੇ ਘਰੋਂ ਸਵੇਰੇ ਗੁਰਦੁਆਰਾ ਸਾਹਿਬ ਆਉਂਦੇ 4 ਵਜੇ ਤੇ ਢੋਲਕੀ ਦੇ ਸ਼ਬਦ ਪੜ੍ਹਦੇ ਆਉਂਦੇ ਹੁੰਦੇ ਸੀ, ਜਾਂ ਤਾਂ ਬਜਾਲ ਕਿਸੇ ਕੋਈ ਬੰਦਾ ਉਹਨੂੰ ਕੁਝ ਰੋਕ ਸਕੇ ਜਾਂ ਲੋਕਲ ਗੋਰੇ ਉਹਨੂੰ ਕੁਝ ਕਹਿ ਸਕਣ। ਇੱਕ ਦੂਸਰੀ ਗੱਲ ਸੀ ਉਹਨਾਂ ਵਿੱਚ ਇੰਗਲਿਸ਼ ਦੇ ਬਹੁਤ ਮਾਰ ਸੀ, ਮੈਟ੍ਰਿਕ ਪਾਸ ਸੀ ਪਰ ਇੰਗਲਿਸ਼ ਐਕਸਲੈਂਟ ਉਹਨਾਂ ਦੀ ਕਮਾਂਡ ਸੀਗੀ। ਤੇ ਥਰਡਲੀ ਜਦੋਂ ਲਾਹੌਰ ਕੰਸਪੀਰੇਸੀ ਕੇਸ ਵਿੱਚ ਉਹ ਉੱਥੇ ਪੇਸ਼ ਕੀਤਾ ਗਿਆ ਲਾਹੌਰ ਦੇ ਵਿੱਚ, ਤੇ ਇਹਨਾਂ ਦੀ ਸੁਭਾਅ ਸੀ ਕਿ ਗੋਰਿਆਂ ਜਿਹੜੇ ਪ੍ਰੋਸੀਕਿਊਟਰ ਸੀ ਉਹਦੀ ਅੱਖ 'ਚ ਅੱਖ ਪਾ ਕੇ ਦੇਖਦੇ ਸੀ, ਉਹਨੂੰ ਤਰਕ ਨਾਲ ਗੱਲ ਕਰਦੇ ਸੀ। ਉਹ ਬੰਦੇ ਨੇ, ਉਹ ਪ੍ਰੋਸੀਕਿਊਟਰ ਨੇ, ਗੋਰੇ ਨੇ ਆਬਜੈਕਸ਼ਨ ਕੀਤਾ ਜੱਜ ਦੇ ਕੋਲ ਵੀ ਇਹ ਬੰਦਾ ਜਿਹੜੀ ਮੇਰੀ ਅੱਖ 'ਚ ਅੱਖ ਪਾ ਕੇ ਦੇਖਦਾ, ਹੋਰ ਮੈਨੂੰ ਹਿੰਦੁਸਤਾਨੀ ਅੱਖਾਂ ਨੀਵੀਆਂ ਕਰਕੇ ਦੇਖਦੇ ਆ, ਤੇ ਇਹ ਬੰਦਾ ਬਹੁਤ ਖਤਰਨਾਕ ਵਾ ਜਿਹੜਾ ਇੰਨਾ ਡੇਰ ਕਰਦਾ ਮੇਰੀ ਅੱਖਾਂ ਪਾ ਕੇ ਦੇਖਦਾ। ਤੇ ਇਹ ਗੱਲਾਂ ਉਹਨਾਂ ਦੀ ਜ਼ਰੂਰਤ, ਆਜ਼ਾਦ ਹਸਤੀ, ਆਜ਼ਾਦ ਸੋਚ ਦਾ ਪ੍ਰਗਟਾਵਾ ਸੀਗਾ ਵੀ ਅਸੀਂ ਕਿਸੇ ਨਾਲੋਂ ਘੱਟ ਨਹੀਂ, ਸਾਨੂੰ ਵੀ ਉਹ ਹੱਕ ਹੋਣੇ ਚਾਹੀਦੇ ਜੇ ਬਾਕੀ ਨੂੰ ਹੈਗੇ ਆ। ਤੇ ਇੱਕ ਉਹਨਾਂ ਦੀ ਕੰਟਰੀਬਿਊਸ਼ਨ ਜਿਹੜੀ ਹੋਰ ਬਹੁਤ ਵੱਡੀ ਗੱਲ ਸੀ, ਆਪਣੇ ਇਹ ਸਾਡੇ ਇਲਾਕੇ ਤੋਂ ਇੱਧਰੋਂ ਆਦਮਪੁਰ ਦਾ ਇਲਾਕਾ ਸੀਗਾ ਜਿਹੜਾ ਉਹਨਾਂ ਦਾ ਸੀਗਾ, ਤੇ ਉਹਨਾਂ ਨੇ ਆਪਣੇ ਇਲਾਕੇ ਦੇ ਪਿੰਡਾਂ ਦੇ ਜਿਹੜੇ ਦਲਿਤ ਲੋਕ ਸੀਗੇ ਜਿਹਨਾਂ ਨੂੰ ਅਸੀਂ ਚਮਾਰ ਕਹਿੰਦੇ ਆ, ਉਹਨਾਂ ਸਾਰਿਆਂ ਨੂੰ ਉਹਨੇ ਆਪਣੇ ਬਰਾਬਰ ਨਾਲ ਬਹਾਲਿਆ ਤੇ ਅੰਮ੍ਰਿਤ ਛਕਾਇਆ ਤੇ ਪ੍ਰਚਾਰ ਕੀਤਾ ਕਿ ਅਸੀਂ ਸਾਰੇ ਇੱਕੋ ਜਿਹੇ ਆ। ਇਹ ਉਹਨਾਂ ਦੀ ਮਹਾਨ ਇੱਕ ਕੁਝ ਘਟਨਾਵਾਂ ਵਿੱਚੋਂ ਜਿਹੜੀਆਂ ਮੈਨੂੰ ਯਾਦ ਸੀਗੀਆਂ ਤੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ। ਤੇ ਇੱਕ ਘਟਨਾ ਹੋਰ ਜਿਹੜੀ ਦੁਖਦਾਈ ਹੋਈ ਆ, ਜਦੋਂ ਉਹਨਾਂ ਦੇ ਹੱਥ ਲਾਹੌਰ ਤੋਂ ਬੀਬੀ ਕਰਤਾਰ ਕੌਰ, ਉਹਨੂੰ ਬਾਅਦ ਚ ਉੱਥੇ ਮੁਲਾਕਾਤ ਨਹੀਂ ਹੋ ਸਕੀ, ਬਾਅਦ ਜਦੋਂ ਲੈ ਕੇ ਆਏ ਤੇ ਦਰਬਾਰ ਸਾਹਿਬ ਉਹ ਮੱਥਾ ਟੇਕਣ ਆਏ, ਤੇ ਉਹੀ ਟੋਡੀਆਂ ਨੇ ਜੋ ਕੁਛ ਇਸ ਵੇਲੇ ਮਸੰਦ ਗੁਰੂ ਸਾਹਿਬ ਵੇਲੇ ਸੀਗੇ, ਉਹੀ ਉਹਨਾਂ ਨੇ ਉਹ ਬੀਬੀ ਕਰਤਾਰ ਕੌਰ ਨੂੰ ਇਹ ਮੂੰਹ ਨਹੀਂ ਲਾਇਆ ਤੇ ਉਹਨੂੰ ਇਹੀ ਕਿਹਾ ਵੀ ਇਹ ਤਾਂ ਜੀ ਇਹ ਖਤਰਨਾਕ ਬੰਦਾ ਸੀ ਫਲਾਨਾ, ਜਿੱਦਾਂ ਨਾ ਤੁਸੀਂ ਕਹਿੰਦੇ ਵੀ ਉਹਦੇ ਮਨ 'ਚ ਖਿਆਲ ਆਇਆ ਵੀ ਮੈਨੂੰ 10ਵੇਂ ਪਾਤਸ਼ਾਹ ਕਹਿ ਰਹੇ ਵੀ ਬੀਬੀ ਇਹ ਮਸੰਦ ਇਕੱਠੇ ਹੋਏ ਵਾ, ਤੂੰ ਘਬਰਾ ਨਾ, ਜਿਹੜੀ ਸ਼ਹਾਦਤ ਤੇ ਤੁਹਾਡੇ ਭਾਈ ਸਾਹਿਬ ਆਪਣੇ ਕਰ ਗਏ ਆ ਤੇ ਉਹਨੂੰ ਦੁਨੀਆ ਯਾਦ ਰੱਖੂਗੀ। ਮੇਰਾ ਸਿਰ ਝੁਕਦਾ ਉਹ ਮਹਾਨ ਯੋਧੇ ਦੀ ਕੁਰਬਾਨੀ ਦੇ ਨਾਲ ਜੋ ਅਸੀਂ ਜੀ ਰਹੇ ਹਾਂ। ਬਹੁਤ ਬਹੁਤ ਤੁਹਾਡਾ ਧੰਨਵਾਦ ਰਾਜਪੁਰ, ਅੱਜ ਖੁਸ਼ੀ ਬਸਦੇ ਰਹੋ। ਧੰਨਵਾਦ ਜੀ, ਬਹੁਤ ਬਹੁਤ। ਸਹੋਤਾ ਸਾਹਿਬ ਲਾਈਨ ਨੰਬਰ 4। ਲਾਈਨ ਨੰਬਰ 4। ਮੈਂ ਪਹਿਲਾਂ ਗੱਲਬਾਤ ਕਰ ਰਿਹਾ ਸੀ, ਸੋਤਾ ਸਾਹਿਬ ਵੇਟ ਕਰਦੇ ਸ਼ਾਇਦ, ਕੋਈ ਨਾ ਫੇਰ ਕਰਿਓ ਜੀ ਪਲੀਜ਼ ਫੋਨ। ਸੋਤਾ ਸਾਹਿਬ ਲਾਈਨ ਨੰਬਰ 4। ਰਵਿੰਦਰਪਾਲ ਸਿੰਘ ਜੀ ਲਾਈਨ ਨੰਬਰ 5। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਤੁਸੀਂ ਭਾਈ ਬਲਵੰਤ ਸਿੰਘ ਖੁਰਦਪੁਰ ਗੱਲ ਕਰ ਰਹੇ ਹੈਗੇ ਆ। ਇਹ ਗੱਲ ਕਰਨ ਦਾ ਵੀ ਮਾਣ ਜਿੱਦਾਂ ਵੀ ਚਲੋ ਉਹਨਾਂ ਨੂੰ ਹੀ ਜਾਂਦਾ ਆ ਜਿਹੜੇ ਕੋਈ ਰੈਵੋਲੂਸ਼ਨਰੀ ਸੋਚ ਰੱਖਦੇ ਹੈਗੇ ਆ, ਤੇ ਧੰਨਵਾਦ ਆ ਤੁਸੀਂ ਇਹੋ ਜਿਹੀਆਂ ਗੱਲਾਂ ਬਾਤਾਂ ਕਰਦੇ ਰਹਿੰਦੇ ਆ। ਤੇ ਜਿੱਦਾਂ ਦੇਖੋ ਜਦੋਂ ਉਹ ਵਿਚਰ ਰਹੇ ਹੋਊਗੇ ਉਸ ਵੇਲੇ ਵੀ ਸਾਡੇ ਵਰਗੇ ਆਲੇ ਦੁਆਲੇ ਹੋਣਗੇ ਜਿਹੜੇ ਇਹ ਸੋਚਦੇ ਹੋਊਗੇ
कि साडे को बहुत हक आ, असीं बहुत खुशहाल है, ते साडे को बहुत कुछ हैगा आ, सानू होर खासे दी लोड़ नहीं, ਐਵੇਂ ਕਾਹਤੇ ਕਮਲਾ ਤੁਰਿਆ ਫਿਰਦਾ। ਸੋ ਉਹ ਇੱਕ ਵੱਖਰੀ ਸੋਚ ਸੀ ਉਹਨਾਂ ਦੀ, ਉਹ ਵਧੀਆ ਉੱਚੀ ਸੁੱਚੀ ਸੋਚ ਸੀ ਜਿਹਦੇ ਵਿੱਚ ਉਹਨਾਂ ਨੂੰ ਆਪਣਾ ਬਰਾਬਰਤਾ ਦਾ ਹੱਕ ਦਾ ਜਿਹੜੀ ਸੋਚ ਨੇ ਜਿਹੜਾ ਸਭ ਕੁਝ ਕਰਵਾਇਆ, ਤਾਂ ਅੱਜ ਉਹਦੀ ਗੱਲ ਉਹਨਾਂ ਦੀ ਅਸੀਂ ਤਾਂ ਕਰ ਰਹੇ ਹਾਂ। ਹੁਣ ਵੀ ਇਹ ਨਹੀਂ ਠੀਕ ਆ, ਉਹਨਾਂ ਦੇ ਕੀਤੇ ਕੰਮਾਂ ਨਾਲ ਸਾਡੀ ਜ਼ਿੰਦਗੀ ਬਹੁਤ ਸੌਖੀ ਹੋ ਗਈ ਆ, ਬਹੁਤ ਸਭ ਕੁਝ ਹੈਗਾ ਆ। ਮੈਨੂੰ ਯਾਦ ਆ 2 ਸਾਲ ਪਹਿਲਾਂ ਅਸੀਂ ਅਲਬਰਟਾ ਦੇ ਵਿੱਚ ਦਸਤਾਰ ਦਾ ਮੋਬਾਈਲਾਂ ਦਾ ਕੰਮ ਕਰਦੇ ਸੀ, ਤੇ ਇੱਕ ਮੇਰਾ ਸਰਨਾਮੀ ਆ ਪ੍ਰਭਜੋਤ ਸਿੰਘ, ਇੱਥੇ ਦਾ ਜੰਮਪਲ ਗੁਰਸਿੱਖ ਬੱਚਾ ਆ, ਉਹਨਾਂ ਨਾਲ ਗੱਲ ਕਰ ਰਿਹਾ ਸੀ। ਉਹ MLA ਦੇ ਆਫਿਸ ਤੇ ਕੰਮ ਕਰ ਰਿਹਾ ਸੀ। ਉਹ ਮੈਨੂੰ ਉਸ ਵੇਲੇ ਕਹਿ ਰਿਹਾ ਸੀ ਇਹ ਸਾਨੂੰ ਮੰਗਣ ਦੀ ਲੋੜ ਨਹੀਂ, ਇਹ ਸਾਡੀ ਗੁਲਾਮੀ ਦੀ ਨਿਸ਼ਾਨੀ ਆ, ਤੇ ਸਾਨੂੰ ਇਹੋ ਜਿਹੀਆਂ ਜਿਹੜੀਆਂ ਜੋ ਸਾਡੀਆਂ ਬਰਾਬਰਤਾ ਦੇ ਹੱਕ ਹੋਣੇ ਚਾਹੀਦੇ ਆ, ਆਟੋਮੈਟਿਕ ਜਿਹੜੇ ਸਾਡੇ ਰਾਈਟ ਹੋਣੇ ਚਾਹੀਦੇ ਆ, ਇਹ ਬਦਕਿਸਮਤੀ ਆ, ਸਾਨੂੰ ਮੰਗ ਕੇ ਲੈਣੇ ਪੈ ਰਹੇ ਆ। ਤੇ ਉਹ ਬੱਚਾ ਕਹਿ ਰਿਹਾ ਸੀ ਵੀ ਇਹ ਸਾਡੇ ਰਾਜ ਦੀ ਜਿਹੜੀ ਅਣਹੋਂਦ ਆ ਉਹਦੇ ਕਰਕੇ ਹੋ ਰਿਹਾ। ਸੋ ਅੱਜ ਵੀ ਜਿਹਨਾਂ ਦੇ ਮਨ 'ਚ ਆਜ਼ਾਦੀ ਦੀ ਮਾੜੀ ਮੋਟੀ ਵੀ ਚਿੰਗ ਹੈਗੀ ਆ, ਉਹ ਭਾਈ ਬਲਵੰਤ ਸਿੰਘ ਗੁਰਦੁਆਰਾ ਵਾਲਿਆਂ ਦੇ ਵਾਂਗ ਬਿਲਕੁਲ ਉਹਨਾਂ ਦੇ ਪੈਰਾਂ 'ਚ ਪੈਰ ਰੱਖ ਕੇ ਅੱਜ ਵੀ ਜਿਹੜਾ ਹੈਗਾ ਆ ਰੈਵੋਲੂਸ਼ਨਰੀ ਸੋਚ ਲੈ ਕੇ ਅੱਗੇ ਜਿਹੜੀ ਆਪਣੀ ਗੱਲ ਨੂੰ ਤੋੜ ਰਹੇ ਆ। ਜਿਹੜੇ ਸਾਡੇ ਵਰਗੇ ਆਮ ਲੋਕ ਉਸ ਵੇਲੇ ਸੀਗੇ ਜਿਹੜੇ ਕਹਿੰਦੇ ਸੀ ਇਹੋ ਇਹਨਾਂ ਨੂੰ ਪਤਾ ਨਹੀਂ ਹੈ ਵੀ ਰੌਲਾ ਪਾਈ ਜਾਂਦੇ ਆ, ਅੱਜ ਵੀ ਉਹੋ ਜਿਹੇ ਅਸੀਂ ਇਹ ਜਿਹੜੇ ਕੋਈ ਵਧੀਆ ਕੰਮ ਕਰਦੇ ਆ, ਸਾਡੇ ਹੱਕਾਂ ਦੇ ਅੱਗੇ ਹੋ ਕੇ ਤੁਰਦੇ ਆ, ਅਸੀਂ ਉਹਨਾਂ ਦਾ ਅੱਜ ਵੀ ਨਹੀਂ ਸਾਥ ਦਿੰਦੇ। ਪਰ ਤੁਹਾਨੂੰ ਉਹ ਸੀਗੇ ਜਿਹਨੇ ਉਸ ਵੇਲੇ ਉਹ ਕੰਮ ਕੀਤੇ, ਤਾਂ ਤੁਹਾਨੂੰ ਅੱਜ ਹੈਗੇ ਆ ਲੋਕ ਜਿਹੜੇ ਅੱਜ ਵੀ ਲੋਕਾਂ ਦੀ ਪਰਵਾਹ ਕੀਤੇ ਬਿਨਾਂ ਹੱਕਾਂ ਤੇ ਪਹਿਰਾ ਦੇ ਰਹੇ ਆ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਜੀ ਫਤਿਹ। ਬਹੁਤ ਔਖਾ ਰਹਾ ਬਈ ਕਿਵੇਂ ਕਮਿਊਨਿਟੀ ਕਿੰਨੀ ਮਿਹਨਤ ਦੇ ਨਾਲ ਵਸਦੀ ਆ। ਤੁਸੀਂ ਤਾਂ ਆਪਾਂ ਇੱਥੇ ਜਿਹੜੇ ਇਕੱਠੇ ਬੈਠੇ ਆ, ਤੁਸੀਂ ਇੰਟੀਰੀਅਰ ਦੇ ਵਿੱਚ ਜਾ ਕੇ ਕਿਤੇ ਵੀ ਆਪਣੀ ਕੌਮ ਜਿੱਥੇ ਵਸੀ ਆ, ਓਕਨਾਗਨ ਦੇ ਵਿੱਚ ਜਿਹੜਾ ਲੱਗਦਾ ਰਹਿੰਦਾ ਛੋਟਾ ਜਿਹਾ ਟ੍ਰਿਪ ਵੀਕਐਂਡ ਤੇ ਮੈਂ ਲਾ ਕੇ ਆਇਆ। ਕਿੰਨੀ ਮਿਹਨਤ ਹੈ ਯਾਰ, ਕਿੰਨਾ ਕੰਮ ਕਰਦੇ ਆ। ਕੈਰਮੀਅਸ ਕਾਸਟਨ ਛੋਟਾ ਜਿਹਾ ਇੱਕ ਏਰੀਆ, ਜ਼ਿਮੀਂਦਾਰ ਬੈਠੇ ਨੇ ਆਪਣੇ ਘਰ ਦੇ ਵਿੱਚ ਪਰਿਵਾਰਾਂ ਦੇ ਨਾਲ ਖੇਤੀ ਕਰਦੇ ਆ, ਬੱਚੇ ਨਾਲ ਨੇ, ਤੇ ਮਤਲਬ ਉੱਥੇ ਹੀ ਸਿਰਜਦੇ, ਇੱਥੇ ਆਉਂਦੇ ਆ 4 ਘੰਟੇ ਡਰਾਈਵ ਆ ਕੇ ਮਿਲ ਕੇ ਦੁਬਾਰਾ ਫੇਰ ਵਾਪਸ। ਤੇ ਇੱਥੇ ਵਾਹ ਨਹੀਂ ਹੋਇਆ ਜੀ, ਉਹ ਨਹੀਂ ਹੋਇਆ, ਤੇ ਖੁਸ਼ ਐਨ ਪੂਰੀ ਰੂਹ ਜਿਹੜੀ, ਕੋਈ ਮਨ ਦੇ ਵਿੱਚ ਔਖਾਈ ਹੀ ਨਹੀਂ, ਕੋਈ ਔਖਾ ਨਹੀਂ, ਖੁਸ਼ੀ ਆ ਦਿਲ ਦੇ ਵਿੱਚ। ਤੇ ਆਪਣੇ ਸਟੇਟਸ ਬਣਾਈਆਂ ਹੋਈਆਂ, ਕੋਈ 200 ਏਕੜ ਬਣਾਈ ਬੈਠਾ, ਕੋਈ 400, ਕੋਈ 500। ਮਿਹਨਤਾਂ ਜਿਹੜੀਆਂ ਨੇ ਉਹ ਬੱਲੇ ਬੱਲੇ ਕਰਦੀਆਂ। 30 ਸਾਲ ਪਹਿਲਾਂ 40 ਸਾਲ ਪਹਿਲਾਂ ਕੋਈ 1980 ਜਾ ਕੇ ਬੈਠਿਆ, ਤੇ 40 ਸਾਲ ਪਹਿਲਾਂ ਕਿਵੇਂ ਵਸੇ ਜਾ ਕੇ, ਕਿੰਨੀ ਮਿਹਨਤ ਹੋਈ। ਇਹ ਮਤਲਬ ਹੈਰਾਨੀ ਦੀ ਗੱਲ ਹੈ ਵੀ ਇੰਨਾ ਸਿਰੜ। ਖਾਲਸਾ ਜੀ, ਲਾਈਨ ਨੰਬਰ 2। ਸਾਹਿਬ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਸ਼ਹੀਦਾਂ ਨੂੰ ਯਾਦ ਕੀਤਾ। ਸ਼ਹੀਦ ਨਿਉ ਰੱਖ ਜਾਂਦੇ ਨੇ ਔਰ ਉਹਨਾਂ ਨੂੰ ਯਾਦ ਕਰਨਾ ਵੀ ਸਾਡਾ ਫਰਜ਼ ਹੈ। ਔਰ ਤੁਸੀਂ ਜਿਸ ਤਰ੍ਹਾਂ ਯਾਦ ਕਰਾ ਰਹੇ ਹੋ, ਉਹਨਾਂ ਦੀ ਹਿਸਟਰੀ ਜਿਹੜੀ ਹੈ ਉਹ ਆਪਣੇ ਲਿਸਨਰਸ ਤੱਕ ਪਹੁੰਚਾ ਰਹੇ ਹੋ, ਇਹ ਬਹੁਤ ਹੀ ਉਦਮ ਵਾਲਾ ਕੰਮ ਹੈ। ਤੇ ਰਾਜ ਕਰਨ ਨੂੰ ਜਿਹੜੇ ਗੱਦਾਰ ਵੀ ਹੋ ਜਾਂਦੇ ਵਿੱਚ, ਫਿਰ ਉਹਨਾਂ ਨੂੰ ਉਹ ਯਾਦ ਹੀ ਨਹੀਂ ਆਉਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਫਤਿਹ। ਸਾਡੀ ਜਿਹੜੀ ਕਮਿਊਨਿਟੀ ਓਕਨਾਗਨ ਦੀ ਬਾਈ ਜੀ ਮਹਿੰਦਰ ਸਿੰਘ ਢਾਲੀਵਾਲ, ਰਾਊਕੇ, ਰੂਪੀ, ਪੱਠਲ ਕਾਸਟਨ, ਇਹ ਸਾਰੇ ਉੱਥੇ ਛੋਟੇ ਸਾਡੇ ਵੱਡੇ ਛੋਟੇ ਵੱਡੇ ਫਾਰਮਰ, ਤੇ ਕਿੰਨੀ ਉੱਥੇ ਮਿਹਨਤ ਹੈ। ਕੰਮ ਮਕਸੀਕੋ ਤੋਂ ਬੰਦੇ 40-40, 50-50 ਆ ਕੇ ਰਹਿੰਦੇ ਆ, ਕਿੰਨਾ ਕੰਮ ਕਰਦੇ ਆ। ਪਰਲੇ ਬੰਨੇ ਜਿਹੜੀ ਬੈਲਟ ਆ ਆਪਣੀ ਸੋਇਸ ਤੋਂ ਸ਼ੁਰੂ ਹੋ ਕੇ ਕਲੋਨਾ ਤੱਕ, ਉੱਥੇ ਕੋਈ ਸਮਰਲੈਂਡ ਬੈਠਾ, ਕੋਈ ਪੀਚਲੈਂਡ ਬੈਠਾ, ਓਲੇਵਰ ਚ ਗੁਰਦੁਆਰਾ ਸਾਹਿਬ, ਨਿਸ਼ਾਨ ਸਾਹਿਬ ਝੂਲਦੇ ਆ, ਲਹਿਰਾਉਂਦੇ ਆ, ਕੋਲ ਜਾਂ ਲੰਘਦੇ ਆ। ਤੇ 9 ਹੈ ਵਾਈਨਰੀਆਂ ਬਣ ਰਹੀਆਂ ਨੇ, ਆਰਗੈਨਿਕ ਫਾਰਮਿੰਗ ਹੋ ਰਹੀ ਹੈ, ਤੇ ਔਰ ਇੰਨਾ ਨਿੱਘ ਤੇ ਪਿਆਰ ਹੈ। ਮਤਲਬ ਜਦ ਤੁਸੀਂ ਪਹੁੰਚ ਜਾਂਦੇ ਆ, ਪਤਾ ਫੇਰ ਲੱਗਦਾ ਵੀ ਤੁਹਾਡੀ ਜਗ੍ਹਾ, ਤੁਹਾਡੀ ਕਿਵੇਂ ਐਡੀ ਦੂਰ ਬੈਠੇ ਕਿੰਨੇ ਜੁੜੇ ਹੋਏ ਲੋਕ ਨੇ, ਕਿੰਨਾ ਪਿਆਰ ਕਰਦੇ ਆ। ਬਾਈ ਜੀ ਰਣਜੀਤ ਸਿੰਘ ਢਿੱਲੋਂ, ਬਾਈ ਜੀ ਔਜਲਾ, ਤੇ ਕਿਸਮਤ ਵਾਈਨਰੀ ਤੋਂ ਔਲਿਤ ਢਾਲੀਵਾਲ ਬ੍ਰਦਰਸ,
ਤੇ ਰਣਧੀਰ ਸਿੰਘ, ਬਡਾਲੀ ਆਲਾ ਸਿੰਘ, ਤੇ ਇਹ ਸਾਰਾ ਗਰੁੱਪ ਬਾਈ ਜੀ, ਹਰਜੀਤ ਸਿੰਘ ਸਿੱਧੂ ਬਾਈ ਸਾਡਾ ਪੱਪੂ, ਤੇ ਸਾਰਿਆਂ ਦਾ ਧੰਨਵਾਦ। ਜਦ ਜਾਈਦਾ ਤੁਹਾਨੂੰ ਬਹੁਤਿਆਂ ਨੂੰ ਦੱਸੀਦਾ ਹੀ ਨਹੀਂ। ਬਾਈ ਔਲਖ ਬਲਵਿੰਦਰ ਸਿੰਘ ਚਲੇ ਗਿਆ, ਸੋ ਇਸ ਤੋਂ ਕਲੋਨੇ ਮਿਲ ਨਹੀਂ ਹੁੰਦਾ, ਫਿਰ ਉਲਾਂਭੇ ਅੱਜ ਤੱਕ ਖੜਕਦੇ। ਹਫ਼ਤਾ ਚਾਹੀਦਾ ਇੱਕ ਪੂਰਾ ਗਰਮੀਆਂ ਦੇ ਵਿੱਚ ਦੁਬਾਰਾ ਟੂਰ। ਇੱਕ ਇਹ ਤਾਂ ਛੋਟਾ ਜਿਹਾ ਇੱਕ ਖਾਸ ਮਕਸਦ ਲਈ ਗਏ ਸੀ, ਤੇ ਨਾਲ ਪਰਮਿੰਦਰ ਸਿੰਘ ਥਿੰਦ ਤੇ ਬਾਈ ਜੀਨਾਰ ਸਿੰਘ ਢੇਸਾ, ਅਸੀਂ ਛੋਟਾ ਜਿਹਾ ਇੱਕ ਰਾਉਂਡ ਲਾ ਕੇ ਆਏ ਹਾਂ। ਪਰ ਪਰਮਿੰਦਰ ਦੇ ਨਾਲ ਮੇਰਾ ਇਸ ਵਾਰ ਇੰਟੀਰੀਅਰ ਦੇ ਵਿੱਚ ਜਿੱਥੇ ਜਿੱਥੇ ਕਮਿਊਨਿਟੀ ਬੈਠੀ ਹੈ ਇਸ ਸਮਰ ਦੇ ਵਿੱਚ ਮੇਰਾ ਜਾਣ ਦੀ ਮੈਂ ਪਲੈਨਿੰਗ ਕਰਦਾ, ਤੇ ਤੂੰ ਕਾਰ 'ਚ ਮੈਂ ਮੋਟਰਸਾਈਕਲ ਤੇ ਜਾ ਕੇ ਮਿਲ ਕੇ ਆਉਣਾ, ਕਮਿਊਨਿਟੀ ਨੂੰ ਇਕੱਠਿਆਂ ਕਰਕੇ ਉਹਨਾਂ ਨਾਲ ਮਿਲਣਾ, ਉਹਨਾਂ ਦੀ ਗੱਲਾਂ ਬਾਤਾਂ, ਉਹਨਾਂ ਦੇ ਦੁੱਖ ਸੁੱਖ, ਤੇ ਇਸ ਤਰ੍ਹਾਂ ਪਲਾਨ ਕਰਾਂਗੇ ਸਮਰ ਦੇ ਵਿੱਚ। ਵਪਾਰਕ ਸਮੇਤ ਲੈਲਵਾ ਜੀ ਆਉਣਾ ਬਾਪ। ਧੰਨਵਾਦ ਸਾਰਿਆਂ ਦਾ, ਤੇ ਯਾਦ ਰੱਖਿਆ ਕਰੋ ਯੋਧਿਆਂ ਨੂੰ, ਕੁਝ ਕੁ ਸ਼ਬਦ ਉਹੀ ਬਰਤਨਾ ਜੀ। ਹੁਣ ਸਮਾਂ ਲੰਘ ਗਿਆ, ਕੱਲ੍ਹ ਨੂੰ ਸਮਾਂ ਰੱਬ ਰੱਖ।